ਧੰਨ ਸਾਹਿਬ श्री गुरु ग्रंथ साहिब जी महाराज हजूर दी परम कृपालता सदका आप जी सतसंगत विच बैठ करके अपने मनुखा जन्म दियां अमोलक घड़ियां नूं सफलियां कर रहे हो। धन गुरु गोबिंद सिंह सच्चे पातशाह जी महाराज सरबंस दानी सतगुरु जी हजूर दे महान पवित्र अस्थान तख्त सचखंड श्री हजूर श्री अबचल नगर साहिब विखे दर्शन दीदारियां दा सुभाग समा महाराज जी दे पवित्र तख्त अस्थान दी चरण धूड़ नूं आप परस रहे हो। सच्चे पातशाह जी दे पावन दरबार अंदर पवित्र तुर की बाणी दी लड़ीवार कथा दा समा है। अज दिल्ली फतेह दिवस वजों पंथ दे अंदर दिन मनाया जाता है। सरदार बघेल सिंह साहब जी ने दिल्ली नूं फतेह कीता सी। धन गुरु तेग बहादुर सच्चे पातशाह जी दे पवित्र स्थानां दी सरदार ने सेवा कीती सी। गुरुद्वारा शीशगंज साहिब, गुरुद्वारा रकाबगंज साहिब, इन्हां पवित्र स्थानां ते यादगारां कायम कीतियां। दिल्ली दे लाल किले ते केसरी निशान लहराया। सच्चे पातशाह जी महाराज दे लाडले सपूतां ने जुल्म नूं नाश करके धर्म दा राज स्थापित कीता। सरदार बघेल सिंह जी बहुत सूरबीर ते जांबाज योधे हुए है। अज दिल्ली फतेह दिवस वजों दिन मनाया जाता है तो सूक्ष्म रूप विच बेनती कीती है। महाराज जी दी पवित्र बाणी दी कथा आओ प्यार शरधा नाल सरवण करिए। सच्चे पातशाह जी दे पावन चरनां दा ध्यान करदे होए आखो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। सलोक उस्तत कर है अनेक जन। सच्चे पातशाह शहीदां दे सरताज सतगुरु धन गुरु अर्जन साहिब जी महाराज पवित्र श्री सुखमनी साहिब जी दी अमृत बाणी 10वीं अष्टपदी का श्लोक सच्चे पातशाह जी बख्शिश कर रहे है। कल 9वीं अष्टपदी दियां 3 पौड़ियां रहिंदियां संपूर्ण होईयां सीगियां। सच्चे पातशाह जी महाराज ने जीवन मुक्त दे महाराज जी ने लखण कहे, दास दे लखण सच्चे पातशाह जी ने कहे कि जिस दे मन दे अंदर पार ब्रह्म वाहिगुरु दा निवास हो जाता है। सच्चे पातशाह जी कहते ने सच निश्चय करके जानो वो वाहिगुरु दा दास बन जाता है, सेवक बन जाता है। ते जिन्हों प्रभु की आग्ञा मिठी लगती है, प्रभ की आग्ञा जिहदे मन दे अंदर महाराज कहते भाई बहुती हित वाली प्यार वाली लगती है, जीवन मुक्त सोऊ कहावै। वो पुरख जीवन मुक्त कहे जाते हैं। जीवन मुक्तां दे महाराज जी ने लखण कहे, उन्होंने खुशी ते गमी इको जी हुंदी है।
ਗਮੀ ਵਿੱਚ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ, ਕਿਸੇ ਪ੍ਰਕਾਰ ਝੋਰਾ ਨਹੀਂ ਹੁੰਦਾ। ਖੁਸ਼ੀ ਵਿੱਚ ਉਹ ਸੰਸਾਰ ਦੇ ਪਦਾਰਥ ਪਾ ਕਰਕੇ ਪ੍ਰਸੰਨ ਨਹੀਂ ਹੁੰਦੇ, ਕਿਉਂਕਿ ਸਭ ਕੁਝ ਤਾਂ ਨਾਸ਼ਵੰਤ ਦੇਖ ਲਿਆ ਹੁੰਦਾ ਹੈ। ਇਸ ਕਰਕੇ ਕਿਸੇ ਚੀਜ਼ ਦੇ ਮਿਲਣ ਦੀ, ਕਿਸੇ ਪਦਾਰਥ ਦੀ ਪ੍ਰਾਪਤੀ ਦੀ ਖੁਸ਼ੀ ਕੀ ਹੋਣੀ ਹੈ, ਤੇ ਵਿਛੜ ਜਾਣ ਤੇ ਫਿਰ ਗਮੀ ਕੀ ਹੋਣੀ ਹੈ। ਦੇਹਾਂ ਦੇ ਸੰਜੋਗ ਤੇ ਵਿਜੋਗ ਨਾਲ ਉਹਨਾਂ ਨੂੰ ਸਾਧ ਸੰਗਤ ਜੀ ਕੋਈ ਖੁਸ਼ੀ ਗਮੀ ਨਹੀਂ ਹੁੰਦੀ। ਮਹਾਰਾਜ ਜੀ ਨੇ ਕਿਹਾ, ਉਹ ਜੀਵਨ ਮੁਕਤ ਪੁਰਖ ਹੁੰਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਸੱਚੇ ਪਾਤਸ਼ਾਹ ਜੀ ਨੇ ਲੱਖਣ ਕਹੇ। ਮਹਾਰਾਜ ਕਹਿੰਦੇ ਉਹਨਾਂ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ, ਕਦੇ ਵਾਹਿਗੁਰੂ ਦੇ ਪਿਆਰ ਨਾਲੋਂ ਉਹਨਾਂ ਦਾ ਵਿਯੋਗ ਨਹੀਂ ਪੈਂਦਾ। ਸੋਇਨਾ ਤੇ ਮਿੱਟੀ ਉਹਨਾਂ ਲਈ ਇੱਕ ਹੀ ਬਰਾਬਰ ਵੈ। ਦੇਵਤਿਆਂ ਦਾ ਅੰਮ੍ਰਿਤ ਅਤੇ ਕੌੜੀ ਜ਼ਹਿਰ ਉਹਨਾਂ ਵਾਸਤੇ ਮਹਾਰਾਜ ਕਹਿੰਦੇ ਇੱਕੋ ਜਿਹੀ ਪ੍ਰਾਪਤ ਹੁੰਦੀ। ਉਹਨਾਂ ਨੂੰ ਕਿਸੇ ਪ੍ਰਕਾਰ ਜ਼ਹਿਰ ਵੀ ਅਸਰ ਨਹੀਂ ਕਰਦੀ। ਜਿਹੜੇ ਅੰਮ੍ਰਿਤ ਵਰਗੇ ਜੀਆਂ ਨੇ ਮਿੱਠੇ ਰਸ ਮੰਨੇ ਹੋਏ ਆ, ਇਹ ਵੀ ਉਹਨਾਂ ਵਾਸਤੇ ਸਾਧ ਸੰਗਤ ਜੀ ਅਸਰ ਨਹੀਂ ਪਾਉਂਦੇ। ਕੌੜੇ ਜ਼ਹਿਰ ਦੀ ਨਿਆਈ ਜਿਹੜੇ ਔਗਣ ਹਨ, ਵਕਾਰ ਹਨ, ਉਹ ਵੀ ਉਹਨਾਂ ਤੇ ਅਸਰ ਨਹੀਂ ਕਰਦੇ, ਉਹ ਇਹਨਾਂ ਤੋਂ ਉੱਪਰ ਉੱਠ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਇਸ ਤਰ੍ਹਾਂ ਉਹਨਾਂ ਦੀ ਨਿਗਾਹ ਵਿੱਚ ਰਾਜਾ ਤੇ ਕੰਗਾਲ ਇੱਕੋ ਜਿਹਾ ਹੀ ਹੈ। ਕੋਈ ਉਹਨਾਂ ਦਾ ਮਾਣ ਕਰੇ ਤੇ ਉਹ ਵੱਡੇ ਨਹੀਂ ਹੋ ਜਾਂਦੇ, ਕੋਈ ਉਹਨਾਂ ਦਾ ਅਭਿਮਾਨ ਕਰਕੇ, ਹੰਕਾਰ ਕਰਕੇ ਨਿਰਾਦਰ ਕਰ ਦੇਵੇ ਤੇ ਉਹਨਾਂ ਦਾ ਕੁਝ ਘਟਦਾ ਨਹੀਂ। ਉਹ ਤਾਂ ਵਾਹਿਗੁਰੂ ਦੇ ਪਿਆਰ ਵਿੱਚ ਸਮਾਏ ਹੁੰਦੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਇਸ ਜੁਗਤੀ ਵਿੱਚ ਵਰਤਾਉਂਦਾ ਹੈ ਨਾ, ਇਹ ਜੀਵਨ ਮੁਕਤ ਵਾਲੀ ਜੁਗਤ ਵਿੱਚ ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਵਰਤਾ ਦਿੰਦਾ ਹੈ, ਭਾਵ ਜਿਨ੍ਹਾਂ ਨੂੰ ਇਹ ਜੁਗਤ ਸਮਝਾ ਦਿੰਦਾ ਹੈ, ਜਿਨ੍ਹਾਂ ਨੂੰ ਇਸ ਥਾਂ ਤੇ ਟਿਕਾ ਦਿੰਦਾ ਹੈ, ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਉਹ ਸਾਰੇ ਪੁਰਖ ਜੀਵਨ ਮੁਕਤ ਕਹੇ ਜਾਂਦੇ ਆ, ਜਿਹੜੇ ਇਸ ਢੰਗ ਨਾਲ, ਇਸ ਤਰੀਕੇ ਨਾਲ ਵਰਤਦੇ ਆ ਅਗੰਮ ਖੇਡ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਫਿਰ ਸੰਪੂਰਨਤਾ ਕਰਦੇ ਹੋਏ ਕਿ ਸਾਰੇ ਭਾਈ ਮੇਰੇ ਵਾਹਿਗੁਰੂ ਦੇ ਵਸਣ ਵਾਲੇ ਥਾਂ ਹੈ। ਸਤਿਗੁਰੂ ਜੀ ਕਹਿੰਦੇ ਆ ਕਿ ਇਹ ਵਾਹਿਗੁਰੂ ਦੀ ਮੌਜ ਹੈ ਨਾ, ਜਿਸ ਤਰ੍ਹਾਂ ਦੇ ਘਰ ਵਿੱਚ ਵਾਹਿਗੁਰੂ ਜੀ ਕਿਸੇ ਨੂੰ ਰੱਖਦੇ ਆ, ਮਹਾਰਾਜ ਕਹਿੰਦੇ ਉਹ ਜਿਹਾ ਭਾਈ ਨਾਂ ਪੈ ਜਾਂਦਾ ਹੈ ਤਾਂ ਸਾਰੇ ਪਾਰ ਬ੍ਰਹਮ ਰੂਪ ਹੀ। ਜੇ ਕਿਸੇ ਦੇ ਅੰਦਰ ਵਿਦਵਤਾ ਦੇ ਘਰ ਵਿੱਚ ਕਿਸੇ ਨੂੰ ਰੱਖਦਾ, ਉਹਦਾ ਨਾਮ ਪੰਡਤ ਪੈ ਜਾਂਦਾ ਹੈ। ਜੇ ਕਿਸੇ ਨੂੰ ਮਹਾਰਾਜ ਮੁਕਤ ਦੀ ਦਾਤ ਦਿੰਦੇ ਹੈ, ਉਹਦਾ ਨਾਮ ਜੀਵਨ ਮੁਕਤ ਪੈ ਜਾਂਦਾ ਹੈ। ਜੇ ਕਿਸੇ ਨੂੰ ਮਹਾਰਾਜ ਬ੍ਰਹਮ ਵਿੱਚ ਲੀਨ ਕਰਦੇ ਆਪਣੇ ਸਰੂਪ ਵਿੱਚ, ਉਹਦਾ ਨਾਮ ਬ੍ਰਹਮ ਗਿਆਨੀ ਪੈ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੋ ਜੇ ਪਦਵੀ ਰੂਪੀ ਘਰ ਵਿੱਚ ਵਾਹਿਗੁਰੂ ਜੀ ਰੱਖਦੇ ਆ, ਉਹ ਜਿਹਾ ਨਾਮ ਜਿਹੜਾ ਹੈ ਉਹ ਪੈ ਜਾਂਦਾ ਹੈ। ਆਪੇ ਹੀ ਸਾਰੇ ਕਾਰਜਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਨ ਦੇ ਯੋਗ ਹੈ। ਕਰਾਉਣ ਵਾਲਾ ਵੀ ਉਹ ਆਪ ਹੈ ਤੇ ਜੀਵ ਰੂਪ ਹੋ ਕਰਕੇ ਅੱਗੇ ਕਰਨ ਵਾਲਾ ਵੀ ਉਹ ਆਪ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਅਨੇਕਾਂ ਤਰੰਗਾਂ ਕਰਕੇ ਇਹ ਸਾਰਾ ਪਸਾਰਾ ਵਾਹਿਗੁਰੂ ਨੇ ਪਸਾਰਿਆ ਹੋਇਆ ਹੈ। ਉਹਦੇ ਰੰਗ ਜਿਹੜੇ ਕੌਤਕ ਹਨ, ਉਹਦੇ ਢੰਗ, ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਲਖੇ ਨਹੀਂ ਜਾ ਸਕਦੇ, ਜਾਣੇ ਨਹੀਂ ਜਾ ਸਕਦੇ। ਜੈਸੀ ਮਤ ਦੇ ਤੈਸਾ ਪ੍ਰਗਾਸ਼। ਜਿਸ ਤਰ੍ਹਾਂ ਦੀ ਜੀਆਂ ਦੇ ਅੰਦਰ ਮੇਰਾ ਵਾਹਿਗੁਰੂ ਮਤ ਪਾਉਂਦਾ ਹੈ ਨਾ, ਉਸੇ ਤਰ੍ਹਾਂ ਦਾ ਉਹਨਾਂ ਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਜੇ ਭਾਵ ਭਗਤੀ ਦੀ ਮਤ ਪਾਉਂਦਾ ਹੈ ਤੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਜੇ ਸਾਧ ਸੰਗਤ ਜੀ ਪ੍ਰੇਮ ਵਾਲੀ ਮਤ ਪਾ ਦਿੰਦਾ ਹੈ ਤੇ ਵਾਹਿਗੁਰੂ ਦਾ ਹੀ ਸਪਰਸ਼ ਪਾ ਲੈਂਦੇ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਰਾਜਸੀ ਮਤ ਪਾ ਦਿੰਦਾ ਹੈ, ਉਹ ਆਪਣੇ ਸਰੀਰ ਦੇ ਵਿੱਚ ਚਲਾਕੀਆਂ ਕਰਨ 'ਚ ਹੀ ਫਸੇ ਰਹਿੰਦੇ ਹੈ। ਆਪਣੀ ਸਿਆਣਪ ਦਾ ਅਭਿਮਾਨ ਨਹੀਂ ਉਹਨਾਂ ਨੂੰ ਟੁੱਟਦਾ ਹੈ। ਜਿਨ੍ਹਾਂ ਦੇ ਅੰਦਰ ਤਾਮਸੀ ਮਤ ਪਾ ਦਿੰਦਾ ਹੈ, ਉਹ ਫਿਰ ਨਿਰੇ ਹੀ ਕ੍ਰੋਧੀ ਬਣੇ ਰਹਿੰਦੇ ਹੈ। ਬੜਾ ਹੀ ਤਿੱਖਾ ਸੁਭਾਅ ਹੁੰਦਾ ਹੈ।
ਜਿਨ੍ਹਾਂ ਦੇ ਅੰਦਰ ਸ਼ਾਂਤ ਕੀ ਮਤ ਪਾ ਦਿੰਦਾ ਹੈ, ਚਿੱਤ ਨਿਰਮਾਈ ਵਾਲਾ ਬਣਿਆ ਰਹਿੰਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਜੈਸੀ ਮਤ ਦੇ ਤੈਸਾ ਪ੍ਰਗਾਸ਼। ਜਿਸ ਤਰ੍ਹਾਂ ਦੀ ਵਾਹਿਗੁਰੂ ਜੀ ਮਤ ਦਿੰਦੇ ਹੈ ਉਸੇ ਤਰ੍ਹਾਂ ਦਾ ਹੀ ਜੀਆਂ ਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਕਰਤਾ ਪੁਰਖ ਆਪ ਮਹਾਰਾਜ ਕਹਿੰਦੇ ਨਾਸ਼ ਤੋਂ ਰਹਿਤ ਹੈ, ਸਦਾ ਵਾਸਤੇ ਦਇਆ ਦਾ ਘਰ ਹੈ। ਮਹਾਰਾਜ ਕਹਿੰਦੇ ਉਹਨੂੰ ਸਿਮਰ ਸਿਮਰ ਕੇ ਚੇਤੇ ਕਰ ਕਰਕੇ ਸੇਵਕ ਜਿਹੜੇ ਆ ਜਨ ਪਿਆਰੇ ਹੈ ਉਹ ਨਿਹਾਲ ਹੋ ਰਹੇ ਹੈ। ਇਉਂ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤ ਕੀਤੀ। 9ਵੀਂ ਅਸ਼ਟਪਦੀ ਸੰਪੂਰਨ ਹੋਈ। ਅੱਗੇ ਹੁਣ 10ਵੀਂ ਅਸ਼ਟਪਦੀ ਪ੍ਰਾਰੰਭ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਉਸਤਤ ਕਰਹਿ ਅਨੇਕ ਜਨ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਕਿਰਪਾ ਕਰੋ ਇਹ ਜਿਹੜੀ ਰਚਨਾ ਹੈ ਸਾਰੀ ਕਾਇਨਾਤ ਦੀ, ਮਹਾਰਾਜ ਇਹ ਕਿੰਨੀ ਵਜ੍ਹਾ ਦੀ ਹੈ, ਸਾਨੂੰ ਕਿਰਪਾ ਕਰਕੇ ਦੱਸੋ। ਤੇ ਮਹਾਰਾਜ ਇਹਦੇ ਵਿੱਚ ਕਿਹੋ ਕਿਹੋ ਜਿਹੇ ਸੁਭਾਵਾਂ ਵਾਲੇ ਜਿਹੜੇ ਲੋਕ ਹਨ ਉਹ ਮਹਾਰਾਜ ਕਿਰਪਾ ਕਰਕੇ ਆਪ ਦੱਸੋ। ਮਹਾਰਾਜ ਸ੍ਰਿਸ਼ਟੀ ਦੀ ਇਹ ਸਾਰੀ ਰਚਨਾ ਦਾ ਮਹਾਰਾਜ ਸੱਚੇ ਪਾਤਸ਼ਾਹ ਇਸ ਅਸ਼ਟਪਦੀ ਦੇ ਅੰਦਰ ਗਰੀਬ ਨਵਾਜ਼ ਜ਼ਿਕਰ ਕਰਦੇ ਆ। ਤੇ ਸ੍ਰਿਸ਼ਟੀ ਦੇ ਵਿੱਚ ਰਚੇ ਹੋਏ ਸਮਸਤ ਜਿਹੜੇ ਜੀਵ ਹਨ ਮਹਾਰਾਜ ਨੇ ਕਿਹਾ ਉਹਨਾਂ ਦਾ ਕੋਈ ਪਾਰਾਵਾਰ ਨਹੀਂ। ਸਤਿਗੁਰੂ ਜੀ ਉਹਨਾਂ ਦੇ ਸੁਭਾਵਾਂ ਦਾ ਵੀ ਗਰੀਬ ਨਵਾਜ਼ ਕਥਨ ਕਰਦੇ ਹੋਏ ਹਜੂਰ ਫਰਮਾਉਂਦੇ ਹਨ। ਉਸਤਤ ਕਰਹਿ ਅਨੇਕ ਜਨ। ਹਜੂਰ ਫਰਮਾਉਂਦੇ ਐ ਅਨੇਕਾਂ ਹੀ ਜਨ ਜਿਹੜੇ ਆ ਨਾ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਦੇ ਆ, ਪਰਮੇਸ਼ਰ ਦੀ ਵਡਿਆਈ ਕਰਦੇ ਹਨ। ਅੰਤ ਨਾ ਪਾਰਾਵਾਰ। ਪਰ ਮੇਰੇ ਵਾਹਿਗੁਰੂ ਦਾ ਕੋਈ ਅੰਤ ਪਾਰਾਵਾਰ ਨਹੀਂ ਆਉਂਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਉਰਲਾ ਕੰਢਾ ਨਹੀਂ ਵਾਹਿਗੁਰੂ ਦਾ ਪਤਾ, ਪਾਰਲਾ ਕੰਢਾ ਨਹੀਂ ਪਤਾ ਹੈ। ਸਿਰਾ ਕੋਈ ਵੀ ਨਹੀਂ ਵਾਹਿਗੁਰੂ ਦਾ ਲੱਭਦਾ ਕਿ ਉਹ ਸ਼ੁਰੂ ਕਿੱਥੋਂ ਹੁੰਦਾ ਹੈ ਤੇ ਸਮਾਪਤ ਕਿੱਥੇ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਅਨੰਤ ਵੈ, ਉਹ ਅਗਾਧ ਵੈ, ਉਹ ਨਾਸ਼ ਤੋਂ ਰਹਿਤ ਵੈ, ਉਹ ਸਦੀਵ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦਾ ਅੰਤ ਤੇ ਪਾਰਾਵਾਰ ਜਿਹੜਾ ਨਾ ਉਹ ਗੁਰਸਿੱਖੋ ਨਹੀਂ ਪਾਇਆ ਜਾਂਦਾ। ਬਹੁਤ ਵਾਹਿਗੁਰੂ ਦੀ ਉਸਤਤ ਕਰਦੇ ਆ, ਪਰਮੇਸ਼ਰ ਦੀ ਵਡਿਆਈ ਕਰਦੇ ਆ। ਅਨੇਕਾਂ ਹੀ ਜਨ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਸਤਤ ਕਰਨ ਵਾਲਿਆਂ ਦਾ ਵੀ ਅੰਤ ਨਾ ਪਾਰਾਵਾਰ, ਅੰਤ ਤੇ ਪਾਰਾਵਾਰ ਨਹੀਂ ਆਉਂਦਾ ਹੈ। ਨਾਨਕ ਰਚਨਾ ਪ੍ਰਭ ਰਚੀ। ਇਹ ਮੇਰੇ ਪ੍ਰਭੂ ਨੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਰਚਨਾ ਰਚੀ ਹੈ ਇਹ ਸਾਰੀ ਬਹੁ ਵਿਧ ਅਨੇਕ ਪ੍ਰਕਾਰ। ਬਹੁਤ ਵਿਧੀ ਪੂਰਵਕ ਅਨੇਕਾਂ ਹੀ ਵੰਨਗੀਆਂ ਦੀ ਰਚਨਾ ਵਾਹਿਗੁਰੂ ਨੇ ਰਚੀ ਹੋਈ ਹੈ। ਅਨੇਕਾਂ ਪ੍ਰਕਾਰ ਦੀ ਇਹ ਰਚਨਾ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਪ੍ਰਕਾਰ ਦੀ ਨਹੀਂ ਹੈ, ਬਹੁਤ ਵਿਧੀਆਂ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਨੇਕਾਂ ਹੀ ਤਰੀਕਿਆਂ ਨਾਲ ਅਨੇਕਾਂ ਹੀ ਵੰਨਗੀਆਂ ਦੀ ਵਾਹਿਗੁਰੂ ਨੇ ਇਹ ਰਚਨਾ ਜਿਹੜੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਰਚਨਾ ਕੀਤੀ ਹੈ, ਬਣਾਉਣਾ ਕੀਤੀ ਹੈ। ਅਸ਼ਟਪਦੀ ਕਈ ਕੋਟ ਹੋਏ ਪੂਜਾਰੀ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇਹ ਜਿਹੜੀ ਅਨੇਕ ਪ੍ਰਕਾਰ ਦੀ ਵਾਹਿਗੁਰੂ ਦੀ ਰਚੀ ਹੋਈ ਰਚਨਾ ਹੈ ਨਾ, ਸਿੱਖਾਂ ਦੇ ਪੁੱਛਣ ਤੋਂ ਨਾਨਕ ਰਚਨਾ ਪ੍ਰਭ ਰਚੀ। ਹਜੂਰ ਕਹਿੰਦੇ ਮੇਰੇ ਵਾਹਿਗੁਰੂ ਨੇ ਰਚਨਾ ਇਹ ਰਚੀ ਹੈ ਸਾਰੀ, ਬਹੁਤ ਵਿਧੀਆਂ ਪੂਰਵਕ ਰਚੀ ਹੈ। ਤੇ ਉਹ ਮਹਾਰਾਜ ਉਹਦੇ ਵਿੱਚੋਂ ਹੁਣ ਜ਼ਿਕਰ ਕਰਦੇ ਸੱਚੇ ਪਾਤਸ਼ਾਹ ਕਿ ਅਨੇਕਾਂ ਭਾਂਤਾਂ ਦੀ ਅਨੇਕਾਂ ਤਰੀਕਿਆਂ ਦੀ ਇਹ ਵਾਹਿਗੁਰੂ ਦੀ ਜਿਹੜੀ ਬਣਾਈ ਹੋਈ ਰਚਨਾ ਹੈ ਉਸ ਦੇ ਵਿੱਚ ਮਹਾਰਾਜ ਕਹਿੰਦੇ ਆ ਕਈ ਕੋਟ ਹੋਏ ਪੂਜਾਰੀ। ਕਈ ਕਰੋੜਾਂ ਹੀ ਇਹੋ ਜਿਹੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਪੁਜਾਰੀ ਬਣ ਕਰਕੇ ਪੂਜਾ ਕਰਦੇ ਆ ਨਿਰੰਕਾਰ ਦੀ। ਇਸ ਪ੍ਰਕਾਰ ਫਿਰ ਮੂਰਤੀ ਪੂਜਨ ਵੀ ਕਰਦੇ ਆ। ਪੂਜਾ ਜਿਹੜੀ ਹੈ ਭਾਵੇਂ ਉਹ ਖੋੜਸ ਪ੍ਰਕਾਰ ਦੀ ਮੰਨੀ ਜਾਂਦੀ ਹੈ, ਪਰ ਮਹਾਰਾਜ ਕਹਿੰਦੇ ਭਾਈ ਇਹ ਪੂਜਾ ਵੀ ਅਨੇਕਾਂ ਪ੍ਰਕਾਰ ਦੀ ਹੈ ਤੇ ਪੁਜਾਰੀ ਜਿਹੜੇ ਹੋ ਕਰਕੇ ਪੂਜਾ ਕਰ ਰਹੇ ਹੈ ਉਹ ਵੀ ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਹੈ। ਜਿਹੜਾ ਇਹ ਕੋਟ ਸ਼ਬਦ ਹੈ ਨਾ ਸਿਹਾਰੀ ਦੇ ਨਾਲ, ਇਹ ਮਹਾਰਾਜ ਜੀ ਨੇ ਅਣਗਿਣਤ ਦਾ ਵਾਚਕ ਕਿਹਾ ਹੈ।
ਕਈ ਨਾਲ ਸ਼ਬਦ ਲਾਇਆ ਕਿ ਕਈ ਕੋਟ ਭਾਵ ਕਈ ਕਰੋੜਾਂ ਹੀ। ਇਹ ਵਾਚਕ ਹੈ ਅਣਗਿਣਤ ਦਾ, ਕਿ ਗਿਣਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਅਣਗਿਣਤ ਹੀ ਐਸੇ ਹਨ ਜਿਹੜੇ ਪੁਜਾਰੀ ਬਣ ਕਰਕੇ ਪੂਜਾ ਕਰ ਰਹੇ ਹੈ। ਫਿਰ ਪੂਜਾਰੀ, ਪੂਜਾ ਦੇ ਅਰੀ ਭਾਵ ਜਿਹੜਾ ਪੂਜਾ ਦਾ ਧਾਨ ਹੈ ਨਾ, ਉਹਨੂੰ ਸਾਧ ਸੰਗਤ ਜੀ ਉਹਦੇ ਵੈਰੀ ਬਣ ਕੇ ਭਾਵ ਚੰਗਾ ਨਹੀਂ ਉਸ ਨੂੰ ਸਮਝਦੇ। ਪੂਜਾ ਦੇ ਧਾਨ ਦਾ ਤਿਆਗ ਕਰਕੇ ਆਪਣਾ ਜੀਵਨ ਜਿਹੜਾ ਨਾ ਉਹ ਬਤੀਤ ਕਰ ਰਹੇ ਹੈ। ਜਿਹੜਾ ਕੋਈ ਪਰਮੇਸ਼ਰ ਦੇ ਨਾਂ ਤੇ ਚੜਾਉਂਦਾ ਹੈ, ਕਿਸੇ ਭਲੇ ਕਾਰਜ ਲਈ ਧਨ ਚੜਾਉਂਦਾ ਹੈ, ਉਹਨੂੰ ਜਿਹੜਾ ਸਾਧ ਸੰਗਤ ਜੀ ਉਹ ਜ਼ਹਿਰ ਦੀ ਤਰ੍ਹਾਂ ਸਮਝ ਕਰਕੇ ਆਪਣੀ ਹੱਕ ਸੱਚ ਦੀ ਕਮਾਈ ਖਾਂਦੇ ਹੈ। ਇਸ ਪ੍ਰਕਾਰ ਜਿਹੜਾ ਨਰਕ ਹੈ, ਨਰਕਾਂ ਤੋਂ ਸਾਧ ਸੰਗਤ ਜੀ ਜਿਹੜੇ ਹੈ ਉਹ ਜਲਣ ਤੋਂ ਬਚਣ ਵਾਲੇ ਕਈ ਕਰੋੜਾਂ ਹੀ ਜਿਹੜੇ ਨਰਕਾਂ ਦੀ ਅੱਗ ਤੋਂ ਬਚਦੇ ਹੈ, ਪਰਮੇਸ਼ਰ ਦੀ ਪੂਜਾ ਕਰਦੇ ਹੈ। ਇਉਂ ਮਹਾਰਾਜ ਕਹਿੰਦੇ ਅਣਗਿਣਤ ਹੀ ਹਨ, ਕਈ ਕਰੋੜਾਂ ਹੀ ਹਨ ਜਿਹੜੇ ਪੂਜਾ ਕਰਦੇ ਆ ਨਾਨਾ ਪ੍ਰਕਾਰ ਦੀ ਪਰਮੇਸ਼ਰ ਦੀ। ਕਈ ਕੋਟ ਆਚਾਰ ਵਿਵਹਾਰੀ, ਤੇ ਕੋਈ ਕਰੋੜਾਂ ਅਣਗਿਣਤ ਹੀ ਹਨ ਜਿਹੜੇ ਸ੍ਰੇਸ਼ਟਾਚਾਰ ਕਰਦੇ ਆ, ਤੇ ਕਈ ਕਰੋੜਾਂ ਹੀ ਹਨ ਅਣਗਿਣਤ ਹੀ ਹਨ ਜਿਹੜੇ ਪਰਮੇਸ਼ਰ ਨਾਲ ਵੀ ਵਿਵਹਾਰ ਕਰਦੇ ਆ ਕਿ ਮਹਾਰਾਜ ਮੇਰਾ ਆਹ ਕੰਮ ਹੋ ਜਾਏਗਾ ਤੇ ਤੁਹਾਨੂੰ ਮੈਂ ਪ੍ਰਸ਼ਾਦਾ ਛਕਾ ਦਿਆਂਗਾ, ਮੇਰਾ ਆਹ ਕੰਮ ਹੋ ਜੇ ਤੇ ਮੈਂ ਇੰਨੇ ਪਾਠ ਕਰ ਲਾਂਗਾ, ਆਹ ਕੰਮ ਹੋ ਜੇ ਤੇ ਫਿਰ ਮੈਂ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਵਾਂਗਾ। ਇਉਂ ਪਰਮੇਸ਼ਰ ਨਾਲ ਹੀ ਵਿਵਹਾਰ ਕਰਦੇ ਆ। ਇਹ ਜੇ ਵੀ ਕਈ ਕਰੋੜਾਂ ਹੀ ਹਨ ਜਿਹੜੇ ਚੰਗਾ ਆਚਾਰ ਕਰਤੱਵ ਕਰਦੇ ਆ, ਬੜੇ ਹੀ ਕਰੋੜਾਂ ਹਨ। ਧਰਮ ਦਾ ਕਾਰਜ ਕਰਦੇ ਆ, ਭਲੇ ਕਰਮ ਕਰਦੇ ਆ, ਤੇ ਇਸ ਪ੍ਰਕਾਰ ਅਣਗਿਣਤੀ ਹਨ ਜਿਹੜੇ ਵਿਵਹਾਰਾਂ ਵਿੱਚ ਹੀ ਫਸੇ ਰਹਿੰਦੇ ਆ, ਰਾਤ ਦਿਨ ਕੰਮਾਂ 'ਚ ਹੀ ਭੱਜੇ ਫਿਰਦੇ ਰਹਿੰਦੇ ਆ। ਕਈ ਕੋਟ ਪਏ ਤੀਰਥ ਵਾਸੀ, ਕਈ ਅਣਗਿਣਤੀ ਕਰੋੜਾਂ ਹੀ ਮਹਾਰਾਜ ਕਹਿੰਦੇ ਜਿਹੜੇ ਤੀਰਥਾਂ ਦੇ ਵਾਸੀ ਹੋਏ, ਤੀਰਥਾਂ ਦੇ ਉੱਤੇ ਵਸਦੇ ਆ। ਮਨ ਕਾਮਨਾ ਤੀਰਥ ਦੇ ਛੁੱਟੈ, ਮਹਾਰਾਜ ਜੀ ਨੇ ਵਾਕ ਕਹੇ ਸੀ ਨਾ। ਤੋ ਇਸ ਤਰ੍ਹਾਂ ਕਈ ਕਰੋੜਾਂ ਹੀ ਆ ਜਿਹੜੇ ਤੀਰਥਾਂ ਦੇ ਉੱਤੇ ਹੀ ਵਾਸ ਕਰਦੇ ਹਨ। ਕਈ ਕੋਟ ਬਨ ਭ੍ਰਮ ਹੈ ਉਦਾਸੀ, ਤੇ ਕਈ ਕਰੋੜਾਂ ਹੀ ਆ ਜਿਹੜੇ ਉਦਾਸ ਬਿਰਤੀ ਨੂੰ ਧਾਰਨ ਕਰਕੇ ਨਾ ਜੰਗਲਾਂ ਦੇ ਅੰਦਰ ਭ੍ਰਮਣ ਕਰਦੇ ਰਹਿੰਦੇ ਆ। ਕਦੇ ਕਿਸੇ ਜੰਗਲ ਵਿੱਚ ਵਿਚਰਦੇ ਤੁਰ ਜਾਂਦੇ ਆ, ਕਦੇ ਕਿਸੇ ਜੰਗਲ ਵਿੱਚ ਵਿਚਰਦੇ ਜਿਹੜੇ ਉਹ ਰਹਿੰਦੇ ਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਵੀ ਅਣਗਿਣਤੀ ਹਨ ਜਿਹੜੇ ਭਾਈ ਉਦਾਸ ਬਿਰਤੀ ਨੂੰ ਸੰਸਾਰ ਦੇ ਰਸਾਂ ਕਸਾਂ ਤੋਂ ਮਨ ਉਪਰਾਮ ਹੋ ਗਿਆ, ਜਿਨ੍ਹਾਂ ਦੀ ਬਿਰਤੀ ਉੱਠ ਗਈ ਹੈ, ਉਦਾਸ ਹੋ ਗਈ ਸੰਸਾਰ ਦੇ ਸੁੱਖਾਂ ਤੋਂ, ਤੇ ਜੰਗਲ ਦੇ ਅੰਦਰ ਪ੍ਰਭੂ ਦੀ ਪ੍ਰਾਪਤੀ ਵਾਸਤੇ ਭ੍ਰਮਣ ਕਰਦੇ ਐ, ਫਿਰਦੇ ਰਹਿੰਦੇ ਹਨ। ਕਈ ਕੋਟ ਵੇਦ ਕੇ ਸਰੋਤੇ, ਤੇ ਕਈ ਜਿਹੜੇ ਐ ਵੇਦਾਂ ਦੇ ਮਹਾਰਾਜ ਕਹਿੰਦੇ ਭਾਈ ਬਾਣੀ ਦੇ ਸਰੋਤੇ ਬਣ ਕਰਕੇ ਜਿਹੜੇ ਵੇਦਾਂ ਦੀ ਬਾਣੀ ਸੁਣਦੇ ਆ, ਉਹ ਵੀ ਕੋਈ ਇੱਕ ਥੋੜੋ ਹੈ, ਕਈ ਕੋਟ ਹੀ ਹੈ, ਕਈ ਕਰੋੜਾਂ ਹੀ ਹੈ। ਮਹਾਰਾਜ ਕਹਿੰਦੇ ਜਿਹੜੇ ਭਾਈ ਵੇਦਾਂ ਦੇ ਸਰੋਤੇ ਬਣ ਕਰਕੇ ਜਿਹੜੇ ਉਹ ਸੁਣ ਰਹੇ ਐ। ਫਿਰ ਮਹਾਰਾਜ ਕਹਿੰਦੇ ਭਾਈ ਕਈ ਕਰੋੜਾਂ ਹੀ ਹੈ ਜਿਹੜੇ ਗਿਆਨ ਦਾ ਉਪਦੇਸ਼ ਜਿਹੜਾ ਸਰੋਤੇ ਬਣ ਕਰਕੇ ਮਹਾਰਾਜ ਕਹਿੰਦੇ ਸੁਣਦੇ ਆ, ਕਈ ਕਰੋੜਾਂ ਹੀ ਹਨ। ਕਈ ਕੋਟ ਤਪੀਸੁਰ ਹੋਤੇ, ਤੇ ਕਈ ਕਰੋੜਾਂ ਹੀ ਜਿਹੜੇ ਤਪ ਕਰਨ ਵਾਲੇ ਤਪੀਆਂ ਦੇ ਜਿਹੜੇ ਈਸ਼ਰ ਹਨ, ਉਹ ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਹੋਏ ਐ, ਹੋ ਰਹੇ ਐ, ਤੇ ਆਉਣ ਵਾਲੇ ਸਮੇਂ 'ਚ ਵੀ ਹੋਣਗੇ ਹੀ। ਮਹਾਰਾਜ ਕਹਿੰਦੇ ਇਹਨਾਂ ਤਪੀਸਰਾਂ ਦੀ ਵੀ ਗਿਣਤੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਇਸੇ ਪ੍ਰਕਾਰ ਕਈ ਕੋਟ ਤਪੀਸੁਰ ਹੋਤੇ, ਤੇ ਹੋਤੇ ਅਗਨ ਹੋਤਰ ਕਰਦੇ ਆ ਕਈ ਸਾਧ ਸੰਗਤ ਜੀ। ਕਈ ਕਰੋੜਾਂ ਹੀ ਜਿਹੜੇ ਹਵਨ ਹੀ ਕਰਨ 'ਚ ਪਏ ਰਹਿੰਦੇ ਆ, ਤੇ ਹਵਨ ਦੀਆਂ ਵਿਧੀਆਂ ਹੀ ਲਿਖਦੇ ਰਹਿੰਦੇ ਆ, ਬੜਾ ਸਮੱਗਰੀ ਇਕੱਠੀ ਕਰਦੇ ਰਹਿੰਦੇ ਆ। ਰਾਜੇ ਹੋ ਕਰਕੇ ਕੋਈ ਅਸਮੇਧ ਜਗ ਕਰਦਾ ਹੈ, ਕੋਈ ਰਾਜਸੂਏ ਜਗ ਕਰਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਈ ਤਪੀਸ਼ਰ ਹੋ ਕਰਕੇ ਤਪ ਕਰਦੇ ਆ, ਕਰੋੜਾਂ ਹੀ ਹਨ, ਤੇ ਕਈ ਕਰੋੜਾਂ ਹੀ ਜਿਹੜੇ ਹਨ ਉਹ ਹਵਨ ਆਦਿਕ ਕਰਦੇ ਰਹਿੰਦੇ ਹਨ। ਕਈ ਕੋਟ ਆਤਮ ਧਿਆਨ ਧਾਰ ਹੈ, ਤੇ ਕਈ ਕਰੋੜਾਂ ਹੀ ਹੈ ਜਿਹੜੇ ਆਪਣੇ ਆਤਮਿਕ ਸਰੂਪ ਦਾ ਧਿਆਨ ਧਾਰਦੇ ਅੰਦਰ, ਕਿ ਮੈਂ ਦੇਹ ਨਹੀਂ ਹਾਂ, ਮੈਂ ਦੇਹ ਨਹੀਂ ਹਾਂ। ਇਉਂ ਧਿਆਨ ਧਾਰਦੇ ਰਹਿੰਦੇ ਆਪਣੇ ਵਾਸਤਵ ਸਰੂਪ ਦਾ।
ਐਸੇ ਵੀ ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਹਨ। ਇਸੇ ਪ੍ਰਕਾਰ ਹੀ ਕਈ ਕੋਟ ਆਤਮ ਧਿਆਨ ਧਾਰ ਹੈ। ਕਈ ਕਰੋੜਾਂ ਹੀ ਜਿਹੜੇ ਨਾ ਆਤਮ ਮਨ ਦੇ ਅੰਦਰ ਦੇਹ ਦਾ ਹੀ ਧਿਆਨ ਧਾਰਦੇ ਰਹਿੰਦੇ ਆ। ਮੈਂ ਦੇਹ ਹਾਂ, ਮੈਂ ਦੇਹ ਹਾਂ। ਪਹਿਲਾਂ ਆਤਮਾ ਦਾ ਅਰਥ ਸਮਝਣਾ, ਫਿਰ ਇਉਂ ਕਈ ਸਮਝਦੇ ਰਹਿੰਦੇ ਆ। ਕਈ ਕਰੋੜਾਂ ਹੀ ਆ ਜਿਹੜੇ ਸਰੀਰ 'ਚ ਹੀ ਫਸੇ ਰਹਿੰਦੇ ਆ ਤੇ ਫਿਰ ਕਹਿੰਦੇ ਆ ਮੇਰੀ ਮੁਝ ਕੋ ਨਮਸਕਾਰ, ਮੈਨੂੰ ਹੀ ਨਮਸਕਾਰ, ਮੈਂ ਹੀ ਖੁਦਾ, ਮੈਂ ਹੀ ਪਰਮੇਸ਼ਰ ਹਾਂ। ਇਉਂ ਫਸ ਜਾਂਦੇ ਆ ਦੇਹ ਦੇ ਅੰਦਰ ਹੀ। ਮਹਾਰਾਜ ਕਹਿੰਦੇ ਐਸੇ ਵੀ ਕਈ ਕਰੋੜਾਂ ਹੀ ਐ ਤੇ ਕਈ ਕਰੋੜਾਂ ਹੀ ਅਣਗਿਣਤ ਹਨ ਜਿਹੜੇ ਆਪਣੇ ਵਾਸਤਵ ਸਰੂਪ ਨੂੰ ਪਹਿਚਾਣਦੇ ਆ। ਦੇਹ ਤੋਂ ਉੱਠ ਕਰਕੇ ਆਪਣੀ ਆਤਮਾ ਦਾ ਚਿੰਤਨ ਕਰਦੇ ਆ, ਧਿਆਨ ਆਤਮਾ ਦਾ ਕਰਦੇ ਹਨ। ਕਈ ਕੋਟ ਕਬ ਕਾਬ ਵਿਚਾਰ ਹੈ। ਕਈ ਕਰੋੜਾਂ ਹੀ ਮਹਾਰਾਜ ਕਹਿੰਦੇ ਭਾਈ ਕਵੀ ਹੈ। ਇੱਕ ਵਜ੍ਹਾ ਦਾ ਕਵੀ ਥੋੜੋ ਹੈ। ਕਈ ਕਰੋੜਾਂ ਹੀ ਮਹਾਰਾਜ ਕਹਿੰਦੇ ਕਵੀ ਹੈ ਜਿਹੜੇ ਕਾਵ ਕਵਿਤਾ ਦਾ ਵਿਚਾਰ ਕਰਦੇ ਰਹਿੰਦੇ ਆ। ਇਹ ਪਿੰਗਲ ਵਿੱਚ ਵੈ ਕਿ ਕਿਹੜੀ ਚਾਲ ਹੈ, ਛਪੇ ਦੀ ਚਾਲ ਹੈ, ਚੌਪਈ ਦੀ ਚਾਲ ਹੈ, ਸ਼ਲੋਕ ਦੀ ਚਾਲ ਹੈ, ਕਿਹੜੀ ਚਾਲ ਹੈ। ਇਉਂ ਕਵਿਤਾ ਦਾ ਹੀ ਵਿਚਾਰ ਕਰਦੇ ਰਹਿੰਦੇ ਆ। 9 ਰਸ ਕਵਿਤਾ ਦੇ ਮੰਨੇ ਜਾਂਦੇ ਆ ਵੀ ਭੱਤ ਰਸ ਹੈ, ਰੁਦਰ ਰਸ ਹੈ, ਇਸ ਪ੍ਰਕਾਰ ਫਿਰ ਵੀਰ ਰਸ ਹੈ ਤੇ ਸਾਧ ਸੰਗਤ ਜੀ ਕਰੁਣਾ ਰਸ ਹੈ। ਇਉਂ ਸਾਰੇ ਇਹ ਜਿਹੜੇ 9 ਰਸ ਮੰਨੇ ਆ ਕਵਿਤਾ ਦੇ ਅੰਦਰ, ਉਹਨਾਂ ਦਾ ਹੀ ਵਿਚਾਰ ਕਰਦੇ ਰਹਿੰਦੇ ਆ ਕਿ ਇਹ ਕਿਹੜਾ ਰਸ ਲਿਖਿਆ ਹੋਇਆ ਹੈ। ਇਉਂ ਮਹਾਰਾਜ ਕਹਿੰਦੇ ਉਹ ਵੀ ਭਾਈ ਕਰੋੜਾਂ ਹੀ ਹੈ। ਇਹਨਾਂ ਕਵੀਆਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਜਿਹੜੇ ਕਵਿਤਾ ਦਾ ਵਿਚਾਰ ਕਰਦੇ ਰਹਿੰਦੇ ਆ ਤੇ ਬੜੀ ਬੜੀ ਡੂੰਘੀ ਕਵਿਤਾ ਲਿਖਦੇ ਆ। ਬੜਾ ਬੜਾ ਉਹਦੇ ਅੰਦਰ ਭਾਵ ਛਿਪਿਆ ਹੁੰਦਾ ਹੈ। ਐਸੇ ਵੀ ਕਈ ਕਰੋੜਾਂ ਹੀ ਵਿਦਵਾਨ ਪੁਰਖ ਹਨ। ਆਦ ਕਵੀ ਮੰਨੇ ਆ ਜਿਵੇਂ ਬਾਲਮੀਕ ਜੀ ਆਦਿਕ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਵੀ ਭਾਈ ਕਰੋੜਾਂ ਹੀ ਹਨ ਜਿਹੜੇ ਅੰਤਰਾਤਮੀ ਜਿਹੜਾ ਕਵਿਤਾ ਜਿਨ੍ਹਾਂ ਨੂੰ ਸੰਪੂਰਨ ਹੁੰਦੀ ਹੈ ਤੇ ਕਵਿਤਾ ਦੀ ਬਾਅਦ ਵਿੱਚ ਲੋਕ ਫਿਰ ਬੜੀ ਡੂੰਘੀ ਡੂੰਘੀ ਵਿਚਾਰ ਕਰਦੇ ਆ ਕਿ ਬਈ ਬਹੁਤ ਮਹਿੰਗੀ ਕਵਿਤਾ ਹੈ। ਬੜੇ ਇਹਦੇ ਅੰਦਰ ਇਹਨਾਂ ਨੇ ਵਿਚਾਰ ਕਥਨ ਕੀਤੇ ਆ, ਬੜੇ ਡੂੰਘੇ ਭਾਵ ਕਥਨ ਕੀਤੇ ਆ। ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਕਵੀ ਹਨ ਜਿਹੜੇ ਭਾਈ ਕਵੀ ਹੋ ਕਰਕੇ ਕਵਿਤਾ ਦਾ ਵਿਚਾਰ ਕਰਦੇ ਨੇ। ਕਈ ਕੋਟ ਨਵਤਨ ਨਾਮ ਧਿਆਵੈ ਹੈ ਤੇ ਕਈ ਕੋਟ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਹੜੇ ਨਵੀਨ ਤੋਂ ਨਵੀਨ ਪਰਮੇਸ਼ਰ ਦਾ ਨਾਮ ਜਿਹੜਾ ਧਿਆਉਂਦੇ ਆ ਕਰੋੜਾਂ ਹੀ ਹਨ। ਕੱਲਾ ਸ਼ੇਸ਼ਨਾਗ ਨਹੀਂ ਕਿ ਜਿਹੜਾ ਰੋਜ਼ ਨਵੇਂ ਨਾਮ ਪਰਮੇਸ਼ਰ ਦੇ ਲੈਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਕਰੋੜਾਂ ਹੀ ਹਨ, ਅਣਗਿਣਤ ਹੀ ਹਨ ਜੋ ਪਰਮੇਸ਼ਰ ਦਾ ਨਿਤ ਪ੍ਰਤੀ ਨਵਾਂ ਨਾਮ ਲੈ ਕਰਕੇ ਮਹਾਰਾਜ ਕਹਿੰਦੇ ਭਾਈ ਨਵੇਂ ਨਵੇਂ ਨਾਵਾਂ ਦੇ ਨਾਲ ਨਵਤਨ ਹੈ ਨਵਾਂ ਤੇ ਨਵੀਨ ਨਾਵਾਂ ਦੇ ਨਾਲ ਧਿਆਉਂਦੇ ਆ, ਚੇਤੇ ਕਰਦੇ ਆ। ਫਿਰ ਪੜ੍ਹਦੇ ਹੋ ਕਈ ਕੋਟ ਨਵਤਨ ਨਾਮ ਧਿਆਵੈ ਹੈ। ਨਵਤਨ ਨਵੇਂ ਨਵੇਂ ਨਾਮ ਜਿਹੜੇ ਆ ਪਰਮੇਸ਼ਰ ਦੇ ਧਿਆਉਂਦੇ ਹਨ। ਐਸੇ ਅਣਗਿਣਤ ਹੀ ਹਨ। ਨਾਨਕ ਕਰਤੇ ਕਾ ਅੰਤ ਨਾ ਪਾਵੈ ਹੈ। ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਤਾਂ ਵੀ ਕਰਤਾ ਪੁਰਖ ਵਾਹਿਗੁਰੂ ਦਾ ਅੰਤ ਉਹ ਵੀ ਨਹੀਂ ਪਾ ਸਕਦੇ ਹਨ। ਇੱਕ ਨਾਮ ਜਿਹੜਾ ਮੁਖ ਤੋਂ ਸ਼ੇਸ਼ਨਾਗ ਲੈਂਦਾ ਦੁਬਾਰਾ ਨਹੀਂ ਉਚਾਰਨ ਕਰਦਾ ਤਾਂ ਵੀ ਉਹਨੂੰ ਟੋਟਾ ਪੈ ਰਿਹਾ ਹੈ ਕਿ ਮੈਂ ਪੂਰੇ ਨਾਮ ਕਿਉਂ ਨਹੀਂ ਲੈ ਸਕ ਰਿਹਾ, ਕਿਉਂਕਿ ਪੂਰੇ ਨਾਮ ਪਰਮੇਸ਼ਰ ਦੇ ਕੋਈ ਲੈ ਹੀ ਨਹੀਂ ਸਕਦਾ। ਨਿਤ ਨਵੇਂ ਨਾਮਾਂ ਨਾਲ ਯਾਦ ਕਰਨ ਵਾਲੇ ਵੀ ਅਣਗਿਣਤ ਹੀ ਹਨ, ਕਰੋੜਾਂ ਹੀ ਹਨ, ਤਾਂ ਵੀ ਮਹਾਰਾਜ ਕਹਿੰਦੇ ਕਰਤਾ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਭਾਈ ਪਾ ਸਕਦੇ। ਕਈ ਕੋਟ ਭਏ ਅਭਿਮਾਨੀ ਤੇ ਕਈ ਕਰੋੜਾਂ ਹੀ ਜਿਹੜੇ ਆ ਉਹ ਅਭਿਮਾਨ 'ਚ ਹੀ ਮਰੇ ਹੋਏ ਤੁਰੇ ਫਿਰਦੇ ਰਹਿੰਦੇ ਆ। ਆਪਣੇ ਗੁਣਾਂ ਦਾ ਹੰਕਾਰ ਕਰਦੇ ਫਸੇ ਰਹਿੰਦੇ ਆ ਦੇਹ ਦੇ ਅੰਦਰ ਹੀ ਕਿ ਮੈਂ ਹਾਂ, ਮੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਐਸੇ ਮਾਣ ਦੇ ਖਾਦੇ ਹੋਏ ਮਹਾਰਾਜ ਕਹਿੰਦੇ ਭਾਈ ਕਈ ਕਰੋੜਾਂ ਹੀ ਐ ਜਿਹੜੇ ਦੇਹ ਦਾ ਮਾਣ ਕਰਦੇ ਰਹਿੰਦੇ, ਹੰਕਾਰ ਵਿੱਚ ਫਸੇ ਰਹਿੰਦੇ ਆ। ਕਈ ਕੋਟ ਅੰਧ ਅਗਿਆਨੀ ਤੇ ਕਈ ਕਰੋੜਾਂ ਹੀ ਹਨ ਜਿਹੜੇ ਮਹਾਰਾਜ ਕਹਿੰਦੇ ਅਗਿਆਨ ਕਰਕੇ ਅੰਨੇ ਹੋ ਗਏ ਆ। ਵਿਸ਼ਿਆਂ 'ਚ ਹੀ ਮੱਤ ਮਾਰੀ ਰਹਿੰਦੀ ਹੈ ਹਰ ਵੇਲੇ। ਉਹੋ ਹੀ ਜ਼ਿੰਦਗੀ ਸਮਝੀ ਹੋਈ ਹੈ, ਭੋਗਣ ਨੂੰ ਤੇ ਖਾਣ ਨੂੰ ਇਹੋ ਹੀ ਜ਼ਿੰਦਗੀ ਸਮਝਿਆ ਹੋਇਆ। ਵਿਸ਼ਿਆਂ ਨੇ ਇੰਨੀ ਮੱਤ ਮਾਰ ਛੱਡੀ ਹੈ ਕਿ ਕੁਝ ਸੋਝੀ ਨਹੀਂ ਆਉਂਦੀ। ਤੇ ਮਹਾਰਾਜ ਕਹਿੰਦੇ ਉਹ ਵੀ ਇੱਕ ਥੋੜੋ ਹੈ, ਅਣਗਿਣਤੀ ਹਨ ਐਸੇ ਜਿਨ੍ਹਾਂ ਦੀ ਅਗਿਆਨ ਕਰਕੇ ਜਿਹੜੀ ਆ ਮੱਤ ਮਾਰੀ ਗਈ ਹੈ। ਮਨ ਤੇ ਬੁੱਧ ਰੂਪੀ ਨੇਤਰ ਜਿਹੜੇ ਆ ਅੰਨੇ ਹੋ ਗਏ ਆ, ਉਹਨਾਂ ਵਿੱਚ ਵਿਚਾਰ ਦੀ ਨਿਗਾਹ ਨਹੀਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਰਹੀ।
ਐਸੇ ਵੀ ਕਰੋੜਾਂ ਹੀ ਅਗਿਆਨੀ ਪੁਰਖ ਹਨ ਜਿਹੜੇ ਅਗਿਆਨ ਕਰਕੇ ਅੰਨੇ ਹਨ। ਕਈ ਕੋਟ ਕਿਰਪਨ ਕਠੋਰ ਤੇ ਕਈ ਕਰੋੜਾਂ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿਰਪਨ ਹੈ, ਭਾਵ ਕੰਜੂਸ ਹਨ, ਭਾਵ ਸਾਧ ਸੰਗਤ ਜੀ ਸ਼ੂਮ ਹਨ, ਕੌਡੀ ਨਹੀਂ ਖਰਚ ਸਕਦੇ। ਪਰ ਇਸ ਪ੍ਰਕਾਰ ਜਦੋਂ ਮਾਇਆ ਹੀ ਨਹੀਂ ਖਰਚ ਸਕਦੇ ਤੇ ਫਿਰ ਮਾਇਆ ਵੀ ਕੀ ਸਵਾਰਦੀ ਹੈ। ਮਹਾਰਾਜ ਕਹਿੰਦੇ ਇੱਕ ਨਹੀਂ ਕਈ ਕਰੋੜਾਂ ਹੀ ਹਨ ਕਿਰਪਨ ਕਠੋਰ, ਤੇ ਫਿਰ ਕੌੜੇ ਵਾਕ ਮੂੰਹ ਤੋਂ ਬੋਲਦੇ ਆ, ਬਹੁਤ ਜ਼ਿਆਦਾ ਇਹੋ ਜਿਹਾ ਬਚਨ ਆਪਣੇ ਮੂੰਹ ਤੋਂ ਬੋਲਦੇ ਆ ਕਿ ਜਿਸ ਕਰਕੇ ਦੂਸਰੇ ਦਾ ਦਿਲ ਟੁੱਟ ਜਾਵੇ, ਦੁੱਖ ਲੱਗੇ। ਹਜੂਰ ਫਰਮਾਉਂਦੇ ਹਨ ਕਈ ਕੋਟ ਕਿਰਪਨ ਕਠੋਰ, ਕਈ ਕਰੋੜਾਂ ਹੀ ਅਣਗਿਣਤੀ ਐਸੇ ਹਨ ਜਿਹੜੇ ਧਰਮ ਵਾਸਤੇ ਧਨ ਹੀ ਨਹੀਂ ਖਰਚ ਸਕਦੇ, ਆਪਣੇ ਭਲੇ ਲਈ ਧਨ ਨਹੀਂ ਖਰਚ ਸਕਦੇ, ਦਸਵਾਂ ਦਸਵੰਧ ਨਹੀਂ ਕੱਢਦੇ ਹਨ, ਬਹੁਤ ਜ਼ਿਆਦਾ ਕਿਰਪਨ ਸੂਮ ਹਨ, ਕੰਜੂਸ ਹਨ, ਧਨ ਇਕੱਠਾ ਕਰੀ ਜਾਂਦੇ ਐ। ਤੇ ਫਿਰ ਸਾਧ ਸੰਗਤ ਜੀ ਮਹਾਰਾਜ ਜੀ ਨੇ ਕਿਹਾ ਨਾ ਅੰਤ ਕਾਲ ਜੇ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਕਰੋੜਾਂ ਹੀ ਹਨ, ਕੀ ਗਿਣਤੀ ਕੀਤੀ ਜਾ ਸਕਦੀ ਹੈ। ਤੇ ਕਠੋਰ ਹਨ ਦਿਲ ਦੇ, ਬਹੁਤ ਜ਼ਿਆਦਾ ਪੱਥਰ ਵਰਗੇ ਦਿਲ ਹਨ, ਕਦੇ ਕਿਸੇ ਤੇ ਭਤੀਜਦੇ ਹੀ ਨਹੀਂ। ਐਸੇ ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਹਨ। ਕਈ ਕੋਟ ਅਭਿਗ ਆਤਮ ਨਿਕੋਰ, ਤੇ ਕਈ ਕੋਟ ਜਿਹੜੇ ਆ ਨਾ ਉਹਨਾਂ ਦਾ ਮਹਾਰਾਜ ਕਹਿੰਦੇ ਜਿਹੜਾ ਆਤਮ ਮਨ ਹੈ ਉਹ ਭਿੱਜਦਾ ਹੀ ਨਹੀਂ, ਕਿਸੇ ਵੀ ਉਪਦੇਸ਼ ਤੇ ਮਨ ਨਹੀਂ ਭਿੱਜਦਾ, ਚਾਹੇ ਕਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਆ, ਪੱਥਰ ਵਰਗੇ ਕਠੋਰ ਵੈ, ਭਿੱਜਦਾ ਹੀ ਨਹੀਂ ਮਨ, ਦਰਵਦਾ ਹੀ ਨਹੀਂ ਮਨ। ਇਹੋ ਜਿਹਾ ਮਨ ਨਿਸ਼ਠਰ ਹੋ ਗਿਆ ਕਿ ਕਦੇ ਮਨ ਦੇ ਅੰਦਰ ਵਿਰਾਗ ਹੀ ਨਹੀਂ ਆਇਆ। ਮਹਾਰਾਜ ਕਹਿੰਦੇ ਨਿਰਦਈ ਹੁੰਦੇ ਆ ਭਾਈ, ਉਹ ਵੀ ਕਈ ਕਰੋੜਾਂ ਹੀ ਹਨ, ਅਣਗਿਣਤੀ ਹਨ। ਤੇ ਫਿਰ ਮਹਾਰਾਜ ਕਹਿੰਦੇ ਨਿਕੋਰ ਨੇ ਵਿਸ਼ੇਸ਼ ਕਰਕੇ ਕੋਰੇ ਹੀ ਸੁਭਾਅ ਹੁੰਦੇ, ਹਰ ਗੱਲ ਜਿਹੜੀ ਹੈ ਸਾਧ ਸੰਗਤ ਜੀ ਉਹਦਾ ਮਤਲਬ ਹੀ ਵੇਖਦੇ ਆ ਕਿ ਮੈਨੂੰ ਕੀ ਮਿਲੂਗਾ। ਜੇ ਕਿਸੇ ਦਾ ਕੋਈ ਸਵਾਰ ਨਾ ਪੈ ਜੇ ਤੇ ਕੋਰਾ ਹੀ ਜਵਾਬ ਦੇ ਦਿੰਦੇ ਆ, ਬਹੁਤ ਸੁਭਾਅ ਮਹਾਰਾਜ ਕਹਿੰਦੇ ਕੋਰੇ ਹੁੰਦੇ ਆ। ਕਦਾਚਿਤ ਵੀ ਕੋਈ ਉਹਦੇ ਤੇ ਪ੍ਰੇਮ ਦਾ ਅੱਖਰ ਨਹੀਂ ਪਿਆ, ਕਦੇ ਕੋਈ ਚੰਗਾ ਕਰਮ ਨਹੀਂ ਕਮਾਇਆ। ਸਤਿਗੁਰੂ ਜੀ ਕਹਿੰਦੇ ਐਸੇ ਭਾਈ ਕਈ ਕਰੋੜਾਂ ਹੀ ਹਨ ਜਿਨ੍ਹਾਂ ਦੇ ਮਨ ਭਿੱਜਦੇ ਨਹੀਂ, ਨਾਮ ਦੇ ਅੰਦਰ ਭਿੱਜਦੇ ਨਹੀਂ, ਸਤ ਸੰਗਤ ਦੇ ਅੰਦਰ ਬੜੇ ਹੀ ਕਠੋਰ ਚਿੱਤ ਹਨ। ਇਸ ਪ੍ਰਕਾਰ ਸੁਭਾਅ ਦੇ ਵੀ ਮਹਾਰਾਜ ਕਹਿੰਦੇ ਭਾਈ ਕੋਰੇ ਹਨ। ਕਈ ਕੋਟ ਪਰ ਦਰਬ ਕਉ ਹਿਰ ਹੈ, ਤੇ ਕਈ ਕਰੋੜਾਂ ਹੀ ਐਸੇ ਐ ਜਿਨ੍ਹਾਂ ਦੀ ਹਰ ਵੇਲੇ ਹੀ ਸੁਰਤ ਲੱਗੀ ਰਹਿੰਦੀ ਹੈ ਪਰਾਏ ਧਨ ਨੂੰ ਚਰਾਉਣ ਦੀ, ਤੇ ਪਰਾਇਆ ਧਨ ਹੀ ਚਰਾਉਂਦੇ ਰਹਿੰਦੇ ਐ। ਐਸੇ ਵੀ ਅਣਗਿਣਤੀ ਹਨ, ਰਾਤ ਦਿਨ ਹੀ ਚੋਰੀਆਂ ਕਰਨ ਵਿੱਚ ਲੱਗੇ ਰਹਿੰਦੇ ਐ, ਪਰਾਇਆ ਧਨ ਚਰਾਉਂਦੇ ਹਨ। ਕਈ ਕੋਟ ਪਰ ਦੁਖ ਨਾ ਕਰ ਹੈ, ਤੇ ਕਈ ਇਹੋ ਜਿਹੇ ਕਰੋੜਾਂ ਹੀ ਆ ਜਿਹੜੇ ਪਰਾਏ ਦੇ ਦੋਸ਼ਾਂ ਨੂੰ ਹੀ ਕਰਦੇ ਰਹਿੰਦੇ, ਹਰ ਵੇਲੇ ਨਿੰਦਾ ਹੀ ਕਰਦੇ ਰਹਿੰਦੇ, ਪਰਾਏ ਦਾ ਦੋਸ਼ ਹੀ ਵੇਖਦੇ ਰਹਿੰਦੇ ਐ। ਸ਼ੀਸ਼ੇ ਦੇ ਵਿੱਚ ਹੱਸਦਾ ਵੇਖੀ ਹੱਸਦਾ ਦਿਸਦਾ, ਸ਼ੀਸ਼ੇ 'ਚ ਕੋਈ ਰੋਂਦਾ ਹੋਵੇ ਉਹਨੂੰ ਰੋਂਦਾ ਦਿਸਦਾ ਚਿਹਰਾ। ਇਸ ਤਰ੍ਹਾਂ ਜਿਹੋ ਜੇ ਕਿਸੇ ਨੂੰ ਜਿਹੜੀ ਦ੍ਰਿਸ਼ਟੀ ਵੇਖ ਰਹਿੰਦਾ ਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਬਣ ਜਾਂਦੀ। ਜੇ ਕਿਸੇ ਦੇ ਤੁਹਾਨੂੰ ਔਗਣ ਹੀ ਦਿਸਦੇ ਰਹਿੰਦੇ ਹੈ, ਉਹ ਸਾਰੇ ਦੋਸ਼ ਉਹਦੇ ਵਿੱਚ ਹੀ ਆ ਜਾਂਦੇ ਹੈ, ਜਿਹੜਾ ਦੋਸ਼ਾਂ ਨੂੰ ਹੀ ਸਾਧ ਸੰਗਤ ਜੀ ਚੇਤੇ ਕਰਦਾ ਰਹਿੰਦਾ ਹੈ। ਕਦੇ ਕਿਸੇ ਥਾਂ ਤੇ ਜੇ ਅੱਜ ਵੇਖੀਏ ਸਮਾਜ ਦੀ ਹਾਲਤ, ਜਿੱਥੇ ਵੀ ਕੋਈ ਮੇਲ ਗੇਲ ਹੈ ਉੱਥੇ ਕੋਈ ਸਾਧ ਸੰਗਤ ਜੀ ਬਹਿ ਕੇ ਦੋ ਜਾਣੇ ਨਾਮ ਦੀ ਚਰਚਾ ਨਹੀਂ ਕਰ ਰਹੇ ਹੁੰਦੇ ਕਿ ਮਨ ਨੂੰ ਕਿਵੇਂ ਵਸ਼ੀਕਾਰ ਕੀਤਾ ਜਾਵੇ, ਗੁਰੂ ਸਾਹਿਬ ਦੇ ਸ਼ਬਦ ਦੀ ਮਹਿਮਾ ਨਹੀਂ ਕਰ ਰਹੇ ਹੁੰਦੇ। ਉੱਥੇ ਕੀ ਚੱਲ ਰਿਹਾ ਹੁੰਦਾ ਪ੍ਰਸੰਗ, ਕਿਸੇ ਦੇ ਦੋਸ਼ਾਂ ਨੂੰ ਫਰੋਲਣ ਦਾ ਪ੍ਰਸੰਗ ਚੱਲ ਰਿਹਾ ਹੁੰਦਾ। ਜੇ ਫਿਰ ਉਹ 4 ਦੇ ਦੋਸ਼ ਫੋਲਦਾ, ਉਹ 6 ਦੇ ਦੋਸ਼ ਫੋਲਦਾ, ਇਉਂ ਫਿਰ ਦੋਸ਼ ਫੋਲ ਕੇ ਲੱਭਦੇ ਅੰਦਰੋਂ ਕਿ ਅੱਛਾ ਆ ਗਲਤੀਆਂ ਆ ਔਗਣ। ਇਹ ਮਹਾਰਾਜ ਕਹਿੰਦੇ ਇੱਕ ਥੋੜੋ ਹੈ, ਗੁਰਸਿੱਖੋ ਇਸ ਤਰ੍ਹਾਂ ਦੇ ਵੀ ਕਈ ਕਰੋੜਾਂ ਹੀ ਹਨ। ਤੇ ਫਿਰ ਤੁਸੀਂ ਕਿੰਨਾ ਵਿੱਚ ਰਲਣਾ ਵੇਖੋ ਨਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਣਗਿਣਤੀ ਹੈ ਇਹ ਰਚਨਾ, ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਹਜੂਰ ਫਰਮਾਉਂਦੇ ਹਨ ਕਈ ਕੋ ਪਰ ਦੁਖ ਨਾ ਕਰ ਹੈ, ਪਰਾਏ ਦਾ ਜਿਹੜਾ ਦੁੱਖ ਨਾ ਦੋਸ਼ ਹੈ ਨਾ ਉਹ ਹੀ ਕਰਦੇ ਰਹਿੰਦੇ ਹਰ ਵੇਲੇ। ਜਦੋਂ ਮੁਖ ਤੋਂ ਬੋਲਦੇ ਐ ਪਰਾਏ ਦੇ ਦੋਸ਼ਾਂ ਬਾਰੇ ਹੀ, ਕਿਸੇ ਦੇ ਔਗਣਾਂ ਬਾਰੇ ਹੀ ਬੋਲਦੇ ਰਹਿੰਦੇ ਐ, ਨੁਕਸ ਕੱਢਦੇ ਰਹਿੰਦੇ ਹੈ।
ਐਸੇ ਵੀ ਅਣਗਿਣਤ ਕਰੋੜਾਂ ਹੀ ਹਨ। ਕਈ ਕੋਟ ਮਾਇਆ ਸ਼ਰਮ ਮਾਹ ਤੇ ਕਈ ਕਰੋੜਾਂ ਹੀ ਆ ਮਹਾਰਾਜ ਕਹਿੰਦੇ ਜਿਹੜੇ ਮਾਇਆ ਵਾਸਤੇ ਥਕਾਵਟਾਂ ਪਾਉਂਦੇ ਰਹਿੰਦੇ ਆ, ਰਾਤ ਦਿਨ ਵਿਚਾਰੇ ਤੜਫਦੇ ਰਹਿੰਦੇ ਆ ਕਿ ਮਾਇਆ ਕਿਵੇਂ ਮਿਲੇਗੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਥੱਕਦੇ ਰਹਿੰਦੇ ਆ, ਟੁੱਟਦੇ ਰਹਿੰਦੇ ਆ। ਕਈ ਕਰੋੜਾਂ ਹੀ ਐਸੇ ਹਨ ਜਿਹੜੇ ਮਾਇਆ ਵਿੱਚ ਭੱਜੇ ਫਿਰਦੇ ਰਹਿੰਦੇ ਆ ਤੇ ਥਕਾਵਟਾਂ ਪਾਉਂਦੇ ਹਨ। ਕਈ ਕੋਟ ਪਰਦੇਸ ਪਰਮਾਹ ਤੇ ਕਈ ਕਰੋੜਾਂ ਹੀ ਐਸੇ ਆ, ਅਣਗਿਣਤੀ ਹੈ, ਜਿਹੜੇ ਪਰਦੇਸਾਂ ਵਿੱਚ ਭਟਕਦੇ ਫਿਰਦੇ ਰਹਿੰਦੇ ਆ। ਕਦੀ ਕਿਸੇ ਦੇਸ਼ ਵਿੱਚ ਚਲੇ ਗਏ, ਕਦੇ ਕਿਸੇ ਦੇਸ਼ ਵਿੱਚ ਚਲੇ ਗਏ ਤੇ ਚਿੰਤਾ ਲੱਗੀ ਰਹਿੰਦੀ ਹੈ ਕਿ ਅਸੀਂ ਫਲਾਣੇ ਥਾਂ ਤੇ ਜਾਣਾ, ਅਸੀਂ ਪਹੁੰਚ ਨਹੀਂ ਸਕੇ। ਇਹ ਵੀ ਮਾਇਆ ਹੀ ਭਰਮਾਉਂਦੀ ਹੈ ਨਾ। ਮਹਾਰਾਜ ਕਹਿੰਦੇ ਦੇਸ਼ਾਂ ਦੇਸ਼ਾਂ ਦਾ ਰਟਨ ਜਿਹੜਾ ਹੈ ਨਾ ਉਹ ਕਈ ਇਉਂ ਅਣਗਿਣਤੀ ਹੈ ਜਿਹੜੇ ਦੇਸ਼ਾਂ ਦੇਸ਼ਾਂ ਵਿੱਚ ਭਰਮਦੇ ਰਹਿੰਦੇ ਆ, ਘੁੰਮਦੇ ਫਿਰਦੇ ਰਹਿੰਦੇ ਹਨ। ਜਿਤ ਜਿਤ ਲਾਵਹੁ ਤਿਤ ਤਿਤ ਲਗਨਾ। ਮਹਾਰਾਜ ਜੀ ਕਹਿੰਦੇ ਆ ਜਿੱਧਰ ਜਿੱਧਰ ਵਾਹਿਗੁਰੂ ਜੀ ਤੁਸੀਂ ਇਹਨਾਂ ਜੀਵਾਂ ਦੀ ਵਾਸ਼ਨਾ ਮੁਤਾਬਕ ਲਾਉਨੇ ਹੋ ਨਾ, ਉਸ ਪਾਸੇ ਵੱਲ ਹੀ ਇਹ ਜੀਵਾਂ ਦਾ ਲੱਗਣਾ ਹੁੰਦਾ ਹੈ। ਜਿਸ ਜਿਸ ਤਰ੍ਹਾਂ ਦੇ ਜੀਵ ਦੇ ਅੰਦਰ ਵਾਸ਼ਨਾ ਹੁੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀਵ ਦੀ ਵਾਸ਼ਨਾ ਦੇ ਮੁਤਾਬਕ ਉਧਰ ਉਧਰ ਹੀ ਜੀਵ ਨੂੰ ਲਾ ਦਿੰਦੇ ਆ। ਫਿਰ ਪੜ੍ਹਦੇ ਹੋ ਜਿਤ ਜਿਤ ਲਾਵਹੁ ਤਿਤ ਤਿਤ ਲਗਨਾ। ਜਿਤ ਜਿਤ ਲਾਵੋ ਮਹਾਰਾਜ ਜਿੱਧਰ ਜਿੱਧਰ ਤੁਸੀਂ ਜੀਆਂ ਨੂੰ ਲਾਉਨੇ ਹੋ, ਜਿਹਨੂੰ ਭਾਵ ਭਗਤੀ ਚ ਲਾ ਦਿੰਦੇ ਹੋ ਭਾਵ ਭਗਤੀ ਚ ਲੱਗ ਜਾਂਦਾ। ਜਿਹਨੂੰ ਮਹਾਰਾਜ ਅਜੇ ਸੰਸਾਰ ਦੇ ਅੰਦਰ ਭਰਮਾ ਛੱਡਦੇ ਹੋ ਵਿਚਾਰਾ ਭਰਮਿਆ ਰਹਿੰਦਾ ਹੈ। ਜੇ ਸਤਸੰਗਤ ਵੱਲ ਲਾਵੋ ਤੇ ਸਤਸੰਗਤ ਵੱਲ ਲੱਗ ਜਾਂਦੇ ਆ। ਮਹਾਰਾਜ ਜਿੱਧਰ ਜਿੱਧਰ ਤੁਸੀਂ ਲਾਉਨੇ ਹੋ ਉਧਰ ਉਧਰ ਮਹਾਰਾਜ ਇਹ ਜੀਵ ਲੱਗਦੇ ਹਨ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਹਜ਼ੂਰ ਕਹਿੰਦੇ ਸਿੱਖੋ ਇਹ ਕਰਤਾ ਪੁਰਖ ਦੀ ਜਿਹੜੀ ਰਚਨਾ ਹੈ ਨਾ, ਜਿਹਦੀ ਬਾਬਤ ਤੁਸੀਂ ਪੁੱਛਦੇ ਹੋ, ਇਸ ਕਰਤਾ ਪੁਰਖ ਵਾਹਿਗੁਰੂ ਕੀਤੀ ਹੋਈ ਰਚਨਾ ਨੂੰ ਆਪ ਹੀ ਜਾਣਦਾ। ਮਹਾਰਾਜ ਕਹਿੰਦੇ ਹੋਰ ਕੋਈ ਨਹੀਂ ਜਾਣ ਸਕਦਾ। ਕੋਈ ਸਿੱਧਾ ਨੇ ਪੁੱਛਿਆ ਸੀ ਨਾ ਮਹਾਰਾਜ ਇਹ ਹਿਸਾਬ ਤਾਂ ਲਾ ਕੇ ਦੱਸੋ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼। ਇਹਦਾ ਲੇਖਾ ਹੋਏ ਤਾਂ ਲਿਖ ਸਕੀਏ ਨਾ। ਜਿਹੜਾ ਕੋਈ ਲੇਖਾ ਲਿਖਣ ਲੱਗ ਪਏ ਉਹਦਾ ਹੀ ਵਿਨਾਸ਼ ਹੋ ਜੂ, ਕਿਉਂਕਿ ਉਹ ਲਿਖ ਨਹੀਂ ਸਕੂਗਾ, ਉਹਦੀ ਉਮਰ ਹੀ ਪੂਰੀ ਹੋ ਜਾਣੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤਾਂ ਲੇਖਾ ਨਹੀਂ ਭਾਈ ਪਰਮੇਸ਼ਰ ਦੀ ਰਚਨਾ ਦਾ। ਹਜੂਰ ਕਹਿੰਦੇ ਹਨ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਇਹ ਜਿਹੜੀ ਕਰਤਾ ਪੁਰਖ ਜੀ ਨੇ ਰਚਨਾ ਰਚੀ ਹੈ ਇਹਨੂੰ ਕਰਤਾ ਪੁਰਖ ਵਾਹਿਗੁਰੂ ਆਪ ਹੀ ਜਾਣਦਾ। ਹਜੂਰ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਦੂਜਾ ਨਹੀਂ ਕੋਈ ਜਾਣ ਸਕਦਾ। ਕਈ ਕੋਟ ਸਿੱਧ ਜਤੀ ਜੋਗੀ। ਹੁਣ ਮਹਾਰਾਜ ਜੀ ਕਹਿੰਦੇ ਆ ਜਿਹੜੇ ਆਪਾਂ 84 ਸਿੱਧ ਮੰਨਦੇ ਆ, ਫਿਰ ਸਾਧ ਸੰਗਤ ਜੀ 6 ਜਤੀ ਮੰਨੇ ਹੋਏ ਆ, ਜੋਗੀਆਂ ਦੇ 12 ਪੰਥ ਮੰਨੇ ਜਾਂਦੇ ਆ। ਹਜੂਰ ਕਹਿੰਦੇ ਕੇਵਲ ਸਿੱਖੋ ਇਹ 84 ਸਿੱਧ ਨਹੀਂ, 6 ਜਤੀ ਨਹੀਂ, ਕਈ ਕਰੋੜਾਂ ਹੀ ਸਿੱਧ ਵੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਰਚਨਾ ਦਾ ਅੰਤ ਨਹੀਂ ਆਉਂਦਾ ਹੈ। ਕਈ ਕਰੋੜਾਂ ਦੀ ਗਿਣਤੀ ਵਿੱਚ ਅਣਗਿਣਤੀ ਭਾਵ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ ਜਿਹੜੇ ਸ਼ਕਤੀਆਂ ਪਾ ਕਰਕੇ ਸਿੱਧ ਪਦਵੀ ਨੂੰ ਪਹੁੰਚੇ ਹੋਏ ਆ। ਇਹ ਸਾਧ ਸੰਗਤ ਜੀ ਇਹਨਾਂ ਵਿੱਚ ਕਈ ਪ੍ਰਕਾਰ ਦੀਆਂ ਸ਼ਕਤੀਆਂ ਹੁੰਦੀਆਂ ਹਨ ਤੇ ਆਕਾਸ਼ ਵਿੱਚ ਉੱਡ ਲੈਣਾ, ਧਰਤੀ ਵਿੱਚ ਗੁਪਤ ਹੋ ਜਾਣਾ, ਵੱਡੇ ਪਹਾੜ ਜਿੱਡੇ ਭਾਰੇ ਹੋ ਜਾਣਾ, ਹੌਲੇ ਹੋ ਜਾਣਾ, ਬਹੁਤ ਜ਼ਿਆਦਾ ਸੂਖਸ਼ਮ ਹੋ ਜਾਣਾ। ਇਸ ਪ੍ਰਕਾਰ ਇਹੋ ਜਿਹੇ ਵੀ ਮਹਾਰਾਜ ਕਹਿੰਦੇ ਅਣਗਿਣਤੀ ਹੈ। ਤੇ ਸਾਡੇ ਵਾਸਤੇ ਜਦੋਂ ਆਪਾਂ ਵੇਖਦੇ ਹਾਂ ਕਿਸੇ ਵਿੱਚ ਇਹੋ ਜਿਹੀ ਸ਼ਕਤੀ ਹੋਵੇ, ਅੱਬਲ ਤਾਂ ਹੁੰਦੀ ਨਹੀਂ, ਜੇ ਹੋਵੇ ਦੁਨੀਆ ਮਗਰ ਲਾ ਲੈਂਦੇ ਤੇ ਝੱਟ ਹੀ ਦੁਨੀਆ ਨਿੱਕੀ ਨਿੱਕੀ ਸ਼ਕਤੀ ਨੂੰ ਵੇਖ ਕੇ ਲੋਕ ਪਿੱਛੇ ਲੱਗ ਤੁਰਦੇ ਆ। ਮਹਾਰਾਜ ਕਹਿੰਦੇ ਇੱਕ ਥੋੜੋ ਇਹੋ ਜਿਹਾ, ਇਹ ਤਾਂ ਕਈ ਕਰੋੜਾਂ ਹੀ ਆ, ਅਣਗਿਣਤੀ ਇਹੋ ਜਿਹੇ ਹਨ ਜਿਹੜੇ ਸਿੱਧ ਬਣ। ਫਿਰ ਭੀਸ਼ਮ ਜਤੀ ਹੈ, ਹਨੂਮਾਨ ਜਤੀ ਹੈ, ਲਛਮਣ ਜਤੀ ਹੈ, ਜਿਹੜਾ ਹੈ ਭੈਰੋਂ ਜਤੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਜਤੀ ਵੀ ਜਿਹੜੇ ਹਨ ਨਾ ਅਣਗਿਣਤੀ ਹਨ। ਫਿਰ ਜਿਹੜਾ ਜਤ ਰੱਖਣਾ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਦੱਸਿਆ ਸੀ ਨਾ, ਜਦੋਂ ਮਹਾਰਾਜ ਨੇ ਦੱਤਾਤਰੇय ਨੂੰ ਜਤੀ ਕਹਿ ਦਿੱਤਾ ਸੀ ਤੇ ਫਿਰ ਭਾਈ ਮਰਦਾਨਾ ਜੀ ਨੇ ਆਖਿਆ ਕਿ ਮਹਾਰਾਜ ਇਸ ਤਰ੍ਹਾਂ ਦੇ ਬੜੇ ਲੋਕ ਨੇ ਦੁਨੀਆ ਵਿੱਚ ਜਿਹੜੇ ਮਹਾਰਾਜ ਜਿਹੜਾ ਹੈ ਉਹ ਸੰਬੰਧ ਨਹੀਂ ਕਰਦੇ ਤੇ ਸਰੀਰ ਕਰਕੇ ਜਤੀ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਨਹੀਂ ਭਾਈ ਮਰਦਾਨਿਆ 8 ਪ੍ਰਕਾਰ ਦਾ ਕਾਮ ਹੁੰਦਾ। ਜਿਨ ਕਦੇ ਨੇਤਰਾਂ ਕਰਕੇ ਵਕਾਰ ਨਹੀਂ ਤੱਕੇ, ਜਿਨਨੇ ਕਦੇ ਕੰਨਾਂ ਕਰਕੇ ਵਕਾਰਾਂ ਦੀਆਂ ਗੱਲਾਂ ਨਹੀਂ ਸੁਣੀਆਂ,
इस प्रकार मूंह तो नहीं कदे अश्लील बोल बोले, चमड़ी करके कदे स्पर्श नहीं कीता, मन करके कदे वकारां दा चिंतन नहीं कीता। सच्चे पातशाह जी महाराज कहंदे एडे गुण होण तां फिर जती होया जांदा है। भाई मरदानिया जिन कला विआह कारज नहीं कराया ते ओनू कह दिंदे आ जी ये ब्रह्मचारी है, जती है। महाराज कहंदे भाई जती होना बड़ा कठिन हुंदा है, पर सतगुरु जी कहंदे कई करोड़ा ही हन ऐसे जिहड़े जती पुरख हन, जत सत विच परपक्क हन, ते कई करोड़ा ही जिहड़े जोगी पुरख हन साधना करदे हन। कई कोट राजे रस भोगी, ते कई अनगिणती इहो जे राजे पैदा कीते है, राजे बन करके ਉਹ ਰਸਾਂ ਨੂੰ ਭੋਗਦੇ ਐ, ਤਰ੍ਹਾਂ ਤਰ੍ਹਾਂ ਦੇ ਰਸਾਂ ਦੇ ਭੋਗੀ ਹੋ ਕਰਕੇ ਉਹਨਾਂ ਨੂੰ ਮਾਣਦੇ ਹਨ। ਕਈ ਕੋਟ ਪੰਖੀ ਸਰਪ ਉਪਾਏ, ਕਈ ਕਰੋੜਾਂ ਹੀ ਵਜ੍ਹਾ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪੰਛੀ ਪੈਦਾ ਕੀਤੇ ਆ ਮੇਰੇ ਵਾਹਿਗੁਰੂ ਨੇ। ਤੇ ਹੁਣ ਉਹਨਾਂ ਦੀਆਂ ਜਾਤੀਆਂ ਲੱਭਦੇ ਆ ਭਾਵੇਂ, ਤੇ ਬੜੇ ਬੜੇ ਹੈਰਾਨ ਹੁੰਦੇ ਆ, ਨਵੀਆਂ ਤੋਂ ਨਵੀਆਂ ਹੀ ਜਾਤੀਆਂ ਲੱਭਦੀਆਂ ਜਾਂਦੀਆਂ ਹਨ। ਤੇ ਫਿਰ ਜੇ ਕਹਿਣ ਕਿ ਸਾਨੂੰ ਇਹ ਲੱਭ ਪਈਆਂ ਤੇ ਕੌਣ ਜਾਣਦਾ ਕਿ ਕੀੜੀਆਂ ਕਿੰਨੀਆਂ ਪੈਦਾ ਕੀਤੀਆਂ ਪਰਮੇਸ਼ਰ ਨੇ, ਕੌਣ ਜਾਣਦਾ ਕਬੂਤਰ ਤੇ ਕਾਂ ਕਿੰਨੀ ਗਿਣਤੀ ਵਿੱਚ ਹੈ, ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਕਰਤਾ ਪੁਰਖ ਵਾਹਿਗੁਰੂ ਦੀ ਰਚਨਾ ਨੂੰ ਕਰਤਾ ਪੁਰਖ ਵਾਹਿਗੁਰੂ ਜੀ ਆਪ ਹੀ ਜਾਣਦੇ ਆ। ਹਜੂਰ ਫਰਮਾਉਂਦੇ ਹਨ ਕਈ ਕੋਟ ਪੰਖੀ ਸਰਪ ਉਪਾਏ, ਪੰਛੀ ਪੈਦਾ ਕੀਤੇ ਅਣਗਿਣਤੀ ਹਨ। ਮਹਾਰਾਜ ਕਹਿੰਦੇ ਕਈ ਕਰੋੜਾਂ ਵਜ੍ਹਾ ਦੇ ਹਨ ਤੇ ਕਈ ਕਰੋੜਾਂ ਹੀ ਉਹਨਾਂ ਦੀ ਗਿਣਤੀ ਹੈ, ਤੇ ਕਈ ਕਰੋੜਾਂ ਹੀ ਵਜ੍ਹਾ ਦੇ ਮਹਾਰਾਜ ਕਹਿੰਦੇ ਸੱਪ ਪੈਦਾ ਕੀਤੇ ਹੈ। ਤੇ ਇਸ ਪ੍ਰਕਾਰ ਅਣਗਿਣਤੀ ਹਨ, ਉਹਨਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਕਈ ਕੋਟ ਪਾਥਰ ਬਿਰਖ ਨਿਪ ਜਾਏ, ਫਿਰ ਕਈ ਤਰ੍ਹਾਂ ਦੇ ਮਹਾਰਾਜ ਕਹਿੰਦੇ ਭਾਈ ਪੱਥਰ ਪੈਦਾ ਕੀਤੇ ਆ ਵਾਹਿਗੁਰੂ ਨੇ। ਤੇ ਇਸ ਪ੍ਰਕਾਰ ਫਿਰ ਜਿਹੜੇ ਆ ਬਿਰਸ਼ ਉਹ ਨਿਪਜਾਏ ਪੈਦਾ ਕੀਤੇ ਹਨ। ਕਈ ਕਰੋੜਾਂ ਹੀ ਆ ਜਿਨ੍ਹਾਂ ਨੂੰ ਬਿਰਸ਼ਾਂ ਦੀ ਜੂਨ ਵਿੱਚ ਪੈਦਾ ਕੀਤਾ ਹੈ, ਕਈ ਕਰੋੜਾਂ ਹੀ ਆ ਜਿਨ੍ਹਾਂ ਨੂੰ ਪੱਥਰਾਂ ਦੀ ਜੂਨ ਵਿੱਚ ਪੈਦਾ ਕੀਤਾ ਹੈ, ਕਈ ਕਰੋੜਾਂ ਹੀ ਆ ਜਿਨ੍ਹਾਂ ਨੂੰ ਸੱਪਾਂ ਦੀ ਜੂਨ ਵਿੱਚ ਪੈਦਾ ਕੀਤਾ ਹੈ, ਕਈ ਕਰੋੜਾਂ ਹੀ ਆ ਜਿਨ੍ਹਾਂ ਨੂੰ ਪਕਸ਼ੀਆਂ ਦੀ ਜੂਨ ਵਿੱਚ ਵਾਹਿਗੁਰੂ ਨੇ ਪੈਦਾ ਕੀਤਾ ਹੈ। ਕਈ ਕੋਟ ਪਵਨ ਪਾਣੀ ਬੈਸੰਤਰ, ਸਾਧ ਸੰਗਤ ਜੀ ਇੱਕ ਬ੍ਰਹਿਮੰਡ ਦੇ ਅੰਦਰ 49 ਕਰੋੜ ਵਜ੍ਹਾ ਦੀ ਪਵਨ ਮੰਨੀ ਜਾਂਦੀ ਹਵਾ। ਤੇ ਜਦੋਂ ਬ੍ਰਹਿਮੰਡ ਹੀ ਕਿੰਨੇ ਆ ਤੇ ਫਿਰ ਹਵਾ ਦੀ ਗਿਣਤੀ ਕੌਣ ਕਰ ਸਕਦਾ ਹੈ? ਹਵਾਵਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕਰੋੜਾਂ ਵਜ੍ਹਾ ਦੀ ਮਹਾਰਾਜ ਕਹਿੰਦੇ ਪਵਨ ਹਵਾ ਹੈ, ਤੇ ਫਿਰ ਕਰੋੜਾਂ ਹੀ ਤਰੀਕਿਆਂ ਦਾ ਮਹਾਰਾਜ ਕਹਿੰਦੇ ਪਾਣੀ ਹੈ। ਪਾਣੀ ਵੀ ਇੱਕ ਤਰ੍ਹਾਂ ਦਾ ਨਹੀਂ ਹੈ, ਕਰੋੜਾਂ ਹੀ ਢੰਗਾਂ ਦਾ, ਕਰੋੜਾਂ ਹੀ ਤਰ੍ਹਾਂ ਦਾ ਮਹਾਰਾਜ ਕਹਿੰਦੇ ਪਾਣੀ ਬਣਾਇਆ ਵਾਹਿਗੁਰੂ ਨੇ। ਤੇ ਫਿਰ ਜਿਹੜੀ ਬੈਸੰਤਰ ਅੱਗ ਵੈ ਇਹ ਵੀ ਮਹਾਰਾਜ ਕਹਿੰਦੇ ਭਾਈ ਕਰੋੜਾਂ ਹੀ ਤਰ੍ਹਾਂ ਦੀ ਅਗਨੀ ਜਿਹੜੀ ਹੈ ਉਹ ਵਾਹਿਗੁਰੂ ਨੇ ਬਣਾਉਣਾ ਕੀਤੀ ਹੈ। ਕੋਈ ਦਾਵਾ ਅਗਨੀ ਹੈ, ਕੋਈ ਬੜਵਾ ਨਲ ਹੈ, ਕੋਈ ਮਾਤਾ ਦੇ ਉਦਰ ਵਿੱਚ ਵੀ ਅਗਨੀ ਹੈ, ਸਮਾਨ ਅਗਨੀ ਮੰਨੀ ਹੈ, ਰੁੱਖਾਂ ਦੇ ਅੰਦਰ ਵੀ ਅਗਨੀ ਮੰਨੀ ਜਾਂਦੀ ਹੈ। ਇਹ ਇੱਕ ਤਰ੍ਹਾਂ ਦੀ ਅੱਗ ਥੋੜੋ ਹੈ। ਮਹਾਰਾਜ ਕਹਿੰਦੇ ਕਈ ਕੋਟ ਕਈ ਕਰੋੜਾਂ ਤਰ੍ਹਾਂ ਦੀਆਂ ਅੱਗਾਂ ਹਨ, ਤੇ ਕਈ ਕਰੋੜਾਂ ਹੀ ਤਰ੍ਹਾਂ ਦੇ ਪਾਣੀ ਹਨ, ਕਈ ਕਰੋੜਾਂ ਹੀ ਤਰ੍ਹਾਂ ਦੀਆਂ ਹਵਾਵਾਂ ਹਨ, ਕਈ ਕੋਟ ਦੇਸ ਭੂ ਮੰਡਲ, ਤੇ ਕਈ ਕਰੋੜਾਂ ਹੀ ਤਰ੍ਹਾਂ ਦੇ ਮਹਾਰਾਜ ਕਹਿੰਦੇ ਭਾਈ ਦੇਸ਼ ਹੈ, ਭੂ ਧਰਤੀਆਂ ਹਨ। ਤੇ ਇਹ ਜਿਹੜਾ ਮੰਡਲਾ ਗੋਲਾਕਾਰ ਜਿਹੜਾ ਇਹ ਸਾਧ ਸੰਗਤ ਜੀ ਜਿਹੜਾ ਵੱਡਾ ਬ੍ਰਹਿਮੰਡ ਹੈ ਜਿਸ ਦੇ ਅੰਦਰ ਅਸੀਂ ਜੀਉ ਰਹੇ ਹਾਂ, ਇੱਕ ਹੀ ਸੂਰਜ ਦਿਸਦਾ ਹੈ, ਇੱਕ ਹੀ ਚੰਦਰਮਾ ਦਿਸਦਾ ਹੈ, ਤੇ ਫਿਰ ਇਹ ਆਕਾਸ਼ ਸਾਨੂੰ ਦਿਸਦਾ। ਆਕਾਸ਼ ਤੋਂ ਪਾਰ ਸਾਹਮਣੇ ਕੁਝ ਵੀ ਨਹੀਂ ਹੋਰ ਕੁਝ ਦਿਖਾਈ ਦਿੰਦਾ। ਜਿੱਥੇ ਖਲੋਤੇ ਹੋਏ ਆ ਉੱਥੋਂ ਉੱਤੇ ਆਕਾਸ਼ ਦਿਸਦਾ, ਥੱਲੇ ਧਰਤੀ ਦਿਸਦੀ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤਾਂ ਗੋਲਾ ਆਕਾਰ ਹੈ, ਤੇ ਇਸ ਬ੍ਰਹਿਮੰਡ ਦੇ ਅੰਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿੱਦੇ ਅਸੀਂ ਜਿਉਨੇ ਆ ਇਹੋ ਜਿਹੇ ਮੰਡਲਾਕਾਰ ਬ੍ਰਹਿਮੰਡ ਵੀ ਕਈ ਕੋਟ ਕਈ ਕਰੋੜਾਂ ਹੀ ਹਨ, ਜਿਹੜੀਆਂ ਜਿਸ ਤਰ੍ਹਾਂ ਦੀ ਧਰਤੀ ਆਪਾਂ ਸਾਇੰਸਦਾਨਾਂ ਨੂੰ ਤਾਂ ਲੱਭੀ ਕੋਈ ਨਹੀਂ, ਕਹਿੰਦੇ ਅਜੇ ਤੱਕ ਇਹੋ ਜੀ ਕੋਈ ਧਰਤੀ ਜਿੱਥੇ ਜਨ ਜੀਵਨ ਹੋਏ।
ਤੇ ਹਜੂਰ ਫਰਮਾਉਂਦੇ ਹਨ, ਕਈ ਕੋਟ ਦੇਸ ਭੂ ਮੰਡਲ। ਕਈ ਕਰੋੜਾਂ ਹੀ ਮਹਾਰਾਜ ਕਹਿੰਦੇ ਦੇਸ਼ ਨੇ ਤੇ ਭੂ ਧਰਤੀ ਦੇ ਇਸ ਪ੍ਰਕਾਰ ਇਹ ਮੰਡਲਾ ਆਕਾਰ ਹਨ, ਅਨੇਕਾਂ ਹੀ ਹਨ, ਗਿਣੇ ਨਹੀਂ ਜਾ ਸਕਦੇ। ਕਈ ਕੋਟ ਸਸਿਅਰ ਸੂਰ ਨਖਯਤਰ। ਕਈ ਕਰੋੜਾਂ ਹੀ ਸਸਿਅਰ ਚੰਦਰਮਾ ਹਨ ਤੇ ਫਿਰ ਸੂਰ ਸੂਰਜ ਹਨ ਤੇ ਨਖਯਤਰ ਤਾਰੇ ਹਨ। ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸੂਰਜ ਵੀ ਜਿਹੜੇ ਆ ਨਾ ਉਹ ਕਈ ਕਰੋੜਾਂ ਹੀ ਹੈ, ਅਣਗਿਣਤ ਹੀ ਹੈ। ਜੇ ਇਹ ਬ੍ਰਹਿਮੰਡ ਦਾ ਇੱਕ ਸੂਰਜ ਤੇ ਚੰਦਰਮਾ ਨਾ, ਤੇ ਜਦੋਂ ਬ੍ਰਹਿਮੰਡ ਹੀ ਕਰੋੜਾਂ ਹਨ ਤੇ ਖੌਰੇ ਕਿੰਨੇ ਸੂਰਜ ਤੇ ਕਿੰਨੇ ਚੰਦਰਮਾ ਨੇ। ਮਹਾਰਾਜ ਨੇ ਕਿਹਾ ਨਾ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਸੱਚੇ ਪਾਤਸ਼ਾਹ ਮਹਾਰਾਜ ਅਨੰਤ ਰਚਨਾ ਵੱਲ ਸਤਿਗੁਰੂ ਜੀ ਝਾਤੀ ਪਵਾਉਂਦੇ ਆ। ਜਦੋਂ ਸਾਧ ਸੰਗਤ ਜੀ ਜਗਿਆਸੂ ਬਣ ਕਰਕੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ ਕਰੀਏ ਨਾ, ਜਗਿਆਸਾ ਧਾਰ ਕਰਕੇ, ਫਿਰ ਕਰਤਾ ਪੁਰਖ ਦੀ ਵਿਸ਼ਾਲ ਰਚਨਾ ਜਿਹੜੀ ਰਚਨਾ ਹੈ ਉਹਦੇ ਵੱਲ ਜਦੋਂ ਨਿਗਾਹ ਪੈਂਦੀ ਹੈ ਤੇ ਉਸ ਨੂੰ ਵੇਖ ਕਰਕੇ ਜਗਿਆਸੂ ਅਚਰਜ ਹੋ ਜਾਂਦਾ। ਉਦੋਂ ਬੁੱਧੀ ਹਾਰ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਰਤਾ ਪੁਰਖ ਦਾ ਅੰਤ ਨਹੀਂ ਆਉਂਦਾ। ਉਹ ਕਰਤਾ ਪੁਰਖ ਦੇ ਵਿੱਚ ਹੀ ਸਮਾ ਜਾਂਦੇ। ਪਰਮੇਸ਼ਰ ਦੀ ਰਚਨਾ ਵੇਖ ਵੇਖ ਕੇ ਅਚਰਜ ਹੁੰਦੇ ਆ। ਰਚਨਾ ਦਾ ਅੰਤ ਪਾਉਣ ਵਾਲੇ ਪਾਸੇ ਨਹੀਂ ਤੁਰਦੇ ਕਿ ਮੈਂ ਗਿਣ ਲਵਾਂ, ਮੈਂ ਵੇਖ ਲਵਾਂ। ਉਹ ਤਾਂ ਵਿਸਮਾਦ ਹੋ ਕੇ ਕਰਤਾ ਪੁਰਖ ਵਿੱਚ ਬਿਰਤੀ ਲੀਨ ਹੋ ਜਾਂਦੀ, ਵਾਹਿਗੁਰੂ ਵਿੱਚ ਸਮਾ ਜਾਂਦੀ ਹੈ ਕਿ ਅੰਤ ਨਾ ਅੰਤਾ ਸਦਾ ਬੇਅੰਤਾ। ਮਹਾਰਾਜ ਤੂੰ ਤਾਂ ਬੇਅੰਤ ਹੈ, ਤੂੰ ਤਾਂ ਅਨੰਤ ਹੈ। ਇਹ ਅਚਰਜਤਾਈ ਧਾਰਨ ਕਰਦੇ ਆ, ਵਿਸਮਾਦ ਵਿੱਚ ਚਲੇ ਜਾਂਦੇ ਆ। ਤੇ ਆਪਾਂ ਨਿਰਣਾ ਕਰੀ ਜਾਂਦੇ ਆ ਕਿ ਮੈਂ ਆਹ ਚੀਜ਼ ਨੂੰ ਗਿਣ ਲਿਆ, ਮਿਣ ਲਿਆ, ਮੈਂ ਸਮਝ ਲਿਆ, ਮੈਨੂੰ ਪਤਾ ਲੱਗ ਗਿਆ। ਕੀ ਪਤਾ ਲੱਗ ਗਿਆ? ਕੁਛ ਨਹੀਂ ਪਤਾ ਲੱਗ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਉਹ ਜਦੋਂ ਹੈ ਹੀ ਬੇਸ਼ੁਮਾਰ ਹੈ, ਸ਼ੁਮਾਰ ਹੈ ਹੀ ਨਹੀਂ, ਗਿਣਤੀ ਹੈ ਹੀ ਨਹੀਂ, ਤੇ ਫਿਰ ਤੈਨੂੰ ਪਤਾ ਕੀ ਲੱਗ ਜਾਏਗਾ? ਜੇ ਪਤਾ ਲਾਉਣਾ ਹੈ ਨਾ ਤੇ ਫਿਰ ਪਤਾ ਲਾਉਣ ਵਾਲੀ ਇੱਕੋ ਇੱਕ ਚੀਜ਼ ਹੈ ਕਿ ਨਾਮ ਜਪਣ ਲੱਗ ਜਾ। ਨਾਮ ਦੀ ਪ੍ਰੀਤ ਆਪਣੇ ਅੰਦਰ ਵਸਾ ਲੈ। ਜੇ ਤੈਨੂੰ ਕੁਝ ਪਤਾ ਲੱਗ ਗਿਆ ਤਾਂ ਤੇ ਫਿਰ ਜਨਮ ਨਹੀਂ ਹੱਥ ਆਉਣਾ। ਮਹਾਰਾਜ ਕਹਿੰਦੇ ਭਾਈ ਇਹੀ ਸਮਝ ਕਰ, ਪਰਮੇਸ਼ਰ ਦੀ ਅਣਗਿਣਤ ਰਚਨਾ ਦਾ ਸਤਿਗੁਰੂ ਜੀ ਕਹਿੰਦੇ ਅੰਤ ਪਾਰਾਵਾਰ ਨਹੀਂ ਆਉਂਦਾ। ਹਜੂਰ ਫਰਮਾਉਂਦੇ ਹਨ, ਕਈ ਕੋਟ ਸਸਿਅਰ ਸੂਰ ਨਖਯਤਰ। ਕਈ ਕਰੋੜਾਂ ਹੀ ਸੂਰਜ ਹਨ, ਸਸਿਅਰ ਚੰਦਰਮਾ ਹਨ ਤੇ ਨਖਯਤਰ ਤਾਰੇ ਹਨ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਫਿਰ ਮਹਾਰਾਜ ਕਹਿੰਦੇ ਕੋਈ ਕਰੋੜਾਂ ਹੀ ਜਿਨ੍ਹਾਂ ਨੂੰ 33 ਕਰੋੜ ਦੇਵਤੇ ਮੰਨੇ ਜਾਂਦੇ ਆ ਨਾ, ਇਹ ਵੀ ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਦੇਵ ਦੇਵਤੇ ਹਨ। ਤੇ ਜਿਹੜੇ ਇਸ ਪ੍ਰਕਾਰ ਦਨਜ ਤੋਂ ਪੈਦਾ ਹੋਏ ਜਿਹੜੇ 45 ਪਦਮ ਦੈਂਤ ਮੰਨੇ ਜਾਂਦੇ ਆ, ਇਹ ਵੀ ਇਕੱਲੇ 45 ਪਦਮ ਨਹੀਂ। ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਦੈਂਤ ਹਨ। ਹਜੂਰ ਕਹਿੰਦੇ ਹਨ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਤੇ ਕਈ ਕਰੋੜਾਂ ਹੀ ਇੰਦਰ ਵਰਗੇ ਰਾਜੇ ਹਨ ਜਿਨ੍ਹਾਂ ਦੇ ਸਿਰ ਦੇ ਉੱਤੇ ਸਵਰਗ ਦਾ ਛਤਰ ਫੈਲਦਾ ਹੈ, ਪਰ ਲਹਿਰਾਉਂਦਾ ਹੈ। ਐਸੇ ਮਹਾਰਾਜ ਕਹਿੰਦੇ ਇੰਦਰ ਵੀ ਇੱਕ ਨਹੀਂ, ਕਈ ਕਰੋੜਾਂ ਹੀ ਇੰਦਰ ਹਨ ਜਿਨ੍ਹਾਂ ਦੇ ਸਿਰ ਦੇ ਉੱਤੇ ਛਤਰ ਝੂਲਦਾ ਹੈ। ਕਈ ਕਰੋੜਾਂ ਹੀ ਦਾਨਵ ਦੈਂਤ ਹਨ ਤੇ ਕਈ ਕਰੋੜਾਂ ਹੀ ਮਹਾਰਾਜ ਕਹਿੰਦੇ ਭਾਈ ਦੇਵੀ ਦੇਵਤੇ ਹਨ। ਸਗਲ ਸਮਗਰੀ ਆਪਣੇ ਸੂਤ ਧਾਰੈ। ਤੇ ਜਿੰਨੀ ਵੀ ਸਾਰੀ ਸਮਗਰੀ ਹੈ ਨਾ, ਜਿੰਨੀ ਵੀ ਬਣਾਈ ਹੋਈ ਸ੍ਰਿਸ਼ਟੀ ਹੈ, ਮਹਾਰਾਜ ਕਹਿੰਦੇ ਆਪਣੇ ਹੁਕਮ ਰੂਪੀ ਸੂਤਰ ਵਿੱਚ ਪਰੋਈ ਹੋਈ ਹੈ। ਵਾਹਿਗੁਰੂ ਨੇ ਆਪਣੀ ਚੇਤਨ ਸੱਤਾ ਰੂਪੀ ਸੂਤਰ ਵਿੱਚ ਪਰੋਈ ਹੋਈ ਹੈ। ਕੀ ਪਰਮੇਸ਼ਰ ਦੀ ਵਿਸ਼ਾਲਤਾਈ ਨੂੰ ਕੋਈ ਸਾਧ ਸੰਗਤ ਜੀ ਕਹੇ ਮੈਂ ਸਮਝ ਲਿਆ ਹੈ? ਮਹਾਰਾਜ ਕਹਿੰਦੇ ਭਾਈ ਸਾਰੀ ਇਸ ਕਾਇਨਾਤ ਨੂੰ, ਸਾਰੀ ਸਮਗਰੀ, ਸਾਰੀ ਰਚਨਾ ਨੂੰ ਮਹਾਰਾਜ ਕਹਿੰਦੇ ਹੁਕਮ ਰੂਪੀ ਸੂਤਰ ਵਿੱਚ ਵਾਹਿਗੁਰੂ ਨੇ ਪਰੋਇਆ ਹੋਇਆ ਹੈ, ਆਪਣੇ ਆਸਰੇ ਤੇ ਧਾਰਿਆ ਹੋਇਆ ਹੈ। ਨਾਨਕ ਜਿਸ ਭਾਵੈ ਤਿਸ ਤਿਸ ਨਿਸਤਾਰੈ। ਜਿਹੜਾ ਮਹਾਰਾਜ ਕਹਿੰਦੇ ਮੇਰੇ ਵਾਹਿਗੁਰੂ ਨੂੰ ਭਾ ਜਾਂਦਾ ਹੈ ਨਾ, ਜਿਹਦੀ ਸ਼ਰਧਾ ਭਾ ਜਾਂਦੀ ਹੈ, ਜਿਹਦਾ ਪ੍ਰੇਮ ਭਾ ਜਾਂਦਾ ਹੈ, ਤਿਸ ਤਿਸ ਨਿਸਤਾਰ ਹੈ। ਉਸ ਨੂੰ ਵਾਹਿਗੁਰੂ ਇਸ ਨਿਸ ਪਰਪੰਚ ਤੋਂ ਤਾਰ ਦਿੰਦਾ ਹੈ। ਸਾਰੇ ਜਿੰਨੇ ਵੀ ਭਰਮ ਪਏ ਆ ਝੱਟ ਹੀ ਖਤਮ ਹੋ ਜਾਂਦੇ ਆ ਜਦੋਂ ਵਾਹਿਗੁਰੂ ਆਪਣੇ ਸਰੂਪ ਵਿੱਚ ਅਭੇਦ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹਦਾ ਪ੍ਰੇਮ ਭਾ ਜਾਂਦਾ ਹੈ, ਜਿਹਦੀ ਸਾਧਨਾ ਭਾ ਜਾਂਦੀ ਹੈ, ਉਸ ਨੂੰ ਵਾਹਿਗੁਰੂ ਜੀ ਤਾਰ ਲੈਂਦੇ ਆ।
ਆਪਣੇ ਸਰੂਪ ਵਿੱਚ ਅਭੇਦ ਕਰ ਲੈਂਦੇ ਆ। ਕਈ ਕੂਟ ਰਾਜਸ ਤਾਮਸ ਸਾਤਕ। ਫਿਰ ਮਹਾਰਾਜ ਕਹਿੰਦੇ ਕਈ ਕਰੋੜਾਂ ਜਿਹੜੇ ਆ ਉਹ ਰਾਜਸੀ ਜੀਵ ਪੈਦਾ ਕੀਤੇ ਆ। ਉਹ ਸਾਧ ਸੰਗਤ ਜੀ ਕੀ ਹੈ, ਸੌਣ ਖਾਣ ਤੇ ਇਕੱਠੇ ਕਰਨ ਚ ਹੀ ਲੱਗੇ ਰਹਿੰਦੇ ਆ। ਇਸ ਪ੍ਰਕਾਰ ਉਹ ਕਈ ਕਰੋੜਾਂ ਹੀ ਹਨ ਐਸੇ। ਤੇ ਫਿਰ ਤਾਮਸੀ ਪੈਦਾ ਕੀਤੇ ਐ। ਅੱਬਲ ਤਾਂ ਸੌਂਦੇ ਨਹੀਂ, ਜੇ ਸੌਂ ਜਾਣ ਤਾਂ ਉੱਠਦੇ ਹੀ ਨਹੀਂ, ਜੇ ਖਾਂਦੇ ਨਹੀਂ ਤੇ ਜੇ ਖਾਂਦੇ ਆ ਤੇ ਇੰਨਾ ਪੇਟ ਭਰ ਕੇ ਖਾਂਦੇ ਆ, ਪਸ਼ੂ ਵਾਂਗੂ ਸੂਕਰਾ ਮਾਰਦੇ ਆ। ਬੜੀ ਤਿੱਖੀ ਬਿਰਤੀ ਹੈ, ਬਹੁਤ ਜ਼ਿਆਦਾ ਕ੍ਰੋਧ ਵਿੱਚ ਹੀ ਰਹਿੰਦੇ ਆ। ਤੇ ਸਾਤਕੀ ਪੈਦਾ ਕੀਤੇ ਆ, ਚਿੱਤ ਨਰਮਾਈ ਵਾਲੇ ਆ। ਇਸ ਪ੍ਰਕਾਰ ਆਪਣੇ ਚਿੱਤ ਨੂੰ ਸ਼ਾਂਤ ਕਰਦੇ ਆ। ਸਾਫ਼ ਸੁਥਰੇ ਕੱਪੜੇ ਪਹਿਨਣ ਵਿੱਚ ਉਹਨਾਂ ਦਾ ਧਿਆਨ ਹੈ। ਤੇ ਫਿਰ ਚਿੱਤ ਦੇ ਅੰਦਰ ਵਡਿਆਈ ਦੀ ਇੱਛਾ ਫਿਰ ਵੀ ਨਹੀਂ ਮਰਦੀ। ਇਉਂ ਮਹਾਰਾਜ ਕਹਿੰਦੇ ਹਨ ਕਈ ਕੂਟ ਰਾਜਸ ਤਾਮਸ ਸਾਤਕ। ਤੇ ਮਹਾਰਾਜ ਕਹਿੰਦੇ ਤਿੰਨ ਗੁਣੀ ਸੰਸਾਰ ਵੈ, ਇਹ ਕਈ ਕਰੋੜਾਂ ਹੀ ਵਜ੍ਹਾ ਦਾ ਹੈ। ਕੋਈ ਤਾਂ ਰਾਜਸੀ ਹੈ ਤੇ ਕੋਈ ਤਾਮਸੀ ਹੈ, ਕੋਈ ਸਾਤਕੀ ਹੈ। ਕਿਸੇ ਦੇ ਤਿੰਨੇ ਹੀ ਇਕੱਠੇ ਬਹੁਤ ਜ਼ਿਆਦੇ ਹੈ ਤਾਂ ਤਿੰਨੇ ਹੀ, ਪਰ ਕਿਸੇ 'ਚ ਇੱਕ ਜ਼ਿਆਦਾ ਹੁੰਦਾ, ਦੋ ਘੱਟ ਹੁੰਦੇ ਐ। ਕਈਆਂ 'ਚ ਤਿੰਨੇ ਹੀ ਪ੍ਰਬਲ ਹੁੰਦੇ ਐ, ਕਈਆਂ 'ਚ ਇਸ ਪ੍ਰਕਾਰ ਦੋ ਜ਼ਿਆਦਾ ਤੇ ਇੱਕ ਘੱਟ ਹੁੰਦਾ ਹੈ। ਇਉਂ ਸੱਚੇ ਪਾਤਸ਼ਾਹ ਕਹਿੰਦੇ ਕਈ ਕਰੋੜਾ ਜਿਹੜਾ ਰਾਜਸੀ ਬ੍ਰਹਮਾ ਹੈ, ਤਾਮਸੀ ਸ਼ਿਵ ਜੀ ਹੈ, ਸ਼ਾਂਤਕੀ ਵਿਸ਼ਨੂੰ ਹੈ। ਇਹ ਮਹਾਰਾਜ ਕਹਿੰਦੇ ਕਰੋੜਾਂ ਹੀ ਵਾਹਿਗੁਰੂ ਨੇ ਬਣਾਏ ਹਨ। ਕਈ ਕੂਟ ਵੇਦ ਪੁਰਾਣ ਸਿਮਰਿਤ ਅਰ ਸਾਸਤ। 4 ਵੇਦ ਨੇ, 18 ਪੁਰਾਣ ਹਨ, 6 ਸ਼ਾਸਤਰ ਹਨ, 27 ਸਿਮਰਤੀਆਂ ਹਨ। ਮਹਾਰਾਜ ਕਹਿੰਦੇ ਵੀ ਇੱਕ ਨਹੀਂ, ਕਈ ਕਰੋੜਾਂ ਹੀ ਹਨ। ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ, ਕਾਲ ਪੁਰਖ ਕੀ ਦੇਹ ਮੋ। ਕਾਲ ਪੁਰਖ ਵਾਹਿਗੁਰੂ ਦੀ ਦੇਹ ਦੇ ਅੰਦਰ ਸਾਧ ਸੰਗਤ ਜੀ ਕਰੋੜਾਂ ਹੀ ਵਿਸ਼ਨੂੰ ਨੇ, ਕਰੋੜਾਂ ਹੀ ਮਹਾਰਾਜ ਕਹਿੰਦੇ ਬ੍ਰਹਮਾ ਹਨ, ਕਰੋੜਾਂ ਹੀ ਸ਼ਿਵ ਜੀ ਹਨ। ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿ ਗਿਣਤੀ ਕਿੰਨੀ ਕੁ ਹੈ। ਹਜੂਰ ਫਰਮਾਉਂਦੇ ਹਨ, ਪਿਛਲੀ ਪੰਕਤੀ ਫਿਰ ਪੜ੍ਹ ਦਿਓ। ਕਈ ਕੂਟ ਵੇਦ ਪੁਰਾਣ ਸਿਮਰਿਤ ਅਰ ਸਾਸਤ। ਕਿੰਨੇ ਮਹਾਰਾਜ ਕਹਿੰਦੇ ਕਰੋੜਾਂ ਹੀ ਵੇਦ ਹਨ ਤੇ ਕਈ ਕਰੋੜਾਂ ਹੀ ਪੁਰਾਣ ਹਨ, ਕਰੋੜਾਂ ਹੀ ਮਹਾਰਾਜ ਕਹਿੰਦੇ ਸਿਮਰਤੀਆਂ ਹਨ ਤੇ ਕਰੋੜਾਂ ਹੀ ਸ਼ਾਸਤਰ ਹਨ। ਕਈ ਕੂਟ ਕੀਏ ਰਤਨ ਸਮੁੰਦ। ਇੱਕ ਖੀਰ ਸਮੁੰਦਰ ਮੰਥਨ ਕੀਤਾ ਸੀਗਾ ਤੇ ਉਹਦੇ ਵਿੱਚੋਂ 14 ਰਤਨ ਕੱਢੇ ਸੀ। ਸ੍ਰੀਮਣ ਰੰਭਾ ਬਾਵਨੀ ਧਨਖ ਧਨੰਤਰ ਬਾਜ। ਉਹ ਮਹਾਰਾਜ ਕਹਿੰਦੇ ਇੱਕ ਖੀਰ ਸਮੁੰਦਰ ਨਹੀਂ, ਕਈ ਕਰੋੜਾਂ ਹੀ ਸਮੁੰਦਰ ਹਨ ਤੇ ਕਈ ਕਰੋੜਾਂ ਹੀ ਰਤਨ ਹਨ। ਰਤਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ, ਅਣਗਿਣਤੀ ਹੈ। ਅਣਗਿਣਤੀ ਮਹਾਰਾਜ ਕਹਿੰਦੇ ਸਮੁੰਦਰ ਹਨ ਜਿਨ੍ਹਾਂ ਵਿੱਚੋਂ ਭਾਈ ਮੰਥਨ ਕਰਕੇ ਰਤਨ ਕੱਢੇ ਨੇ। ਕਈ ਕੂਟ ਨਾਨਾ ਪ੍ਰਕਾਰ ਜੰਤ। ਕਈ ਕਰੋੜਾਂ ਹੀ ਨਾਨਾ ਪ੍ਰਕਾਰ ਦੇ ਜੰਤ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਐ। ਉਹ ਦੂਰਬੀਨ ਨਾਲ ਵੀ ਨਹੀਂ ਦਿਖਦੇ, ਕਈ ਜੰਤਰਾਂ ਨਾਲ ਵੀ ਨਹੀਂ ਦਿਸਦੇ। ਸਾਧ ਸੰਗਤ ਜੀ ਨਿੱਕੇ ਤੋਂ ਨਿੱਕੇ ਅਣੂਆਂ ਵਰਗੇ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਐ। ਤੇ ਆ ਵੇਖ ਲਓ, ਆ ਜਿਹੜਾ ਵਾਇਰਸ ਕਹਿੰਦੇ ਹੈ ਤਾਂ ਆਦਿਕਾਲ ਤੋਂ ਹੀ ਇਹ ਸਾਰਾ ਕੁਝ ਬਣਿਆ ਹੋਇਆ, ਪਰ ਲੱਭ ਪਿਆ ਨਾ ਤਾਂ ਕਹਿੰਦੇ ਆ ਕਿ ਬੜਾ ਜ਼ਿਆਦਾ ਜਿਹੜਾ ਉਹ ਖਤਰਨਾਕ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਤਾ ਪੁਰਖ ਦੀ ਰਚਨਾ ਨੂੰ ਕੋਈ ਨਹੀਂ ਜਾਣ ਸਕਦਾ। ਨਾਨਾ ਪ੍ਰਕਾਰ ਦੇ ਵਾਹਿਗੁਰੂ ਨੇ ਜੀਵ ਜਿਹੜੇ ਆ ਨਾ, ਜੰਤ ਧਰਤੀ ਤੇ ਰੀਂਗਣ ਵਾਲੇ ਗੁਪਤ ਪ੍ਰਗਟ ਉਹ ਪੈਦਾ ਕੀਤੇ ਐ। ਮੱਛੀਆਂ ਹੀ ਕਈ ਵਜ੍ਹਾ ਦੀਆਂ ਲੱਭ ਪੈਂਦੀਆਂ, ਕਹਿੰਦੇ ਆ ਤਾਂ ਵੇਖੀ ਨਹੀਂ ਕਦੇ, ਪਤਾ ਹੀ ਨਹੀਂ ਸੀਗਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਨਾ ਪ੍ਰਕਾਰ ਦੀ ਇਹ ਰਚਨਾ ਵਾਹਿਗੁਰੂ ਨੇ ਜੀਵ ਜੰਤ ਜਿਹੜੇ ਹਨ ਪੈਦਾ ਕੀਤੇ ਹਨ, ਕਈ ਕਰੋੜਾਂ ਹੀ ਹਨ। ਕਈ ਕੂਟ ਕੀਏ ਚਿਰਜੀਵੇ। ਕਈ ਕਰੋੜਾਂ ਹੀ ਹਨ ਜਿਹੜੇ ਚਿਰੰਜੀਵੀ ਬਣਾਏ ਹੋਏ ਆ। ਜੇ ਕਹੀਏ ਤਾਂ ਕਹਿੰਦੇ ਨਾ ਇਸ ਤਾਂ ਹੋ ਨਹੀਂ ਸਕਦਾ, ਜਿਹੜਾ ਸੰਸਾਰ ਦੇ ਤਲ ਤੇ ਜਿਉਂਦਾ ਉਹਨੂੰ ਕੀ ਪਤਾ ਲੱਗੇ। ਸੱਚੇ ਪਾਤਸ਼ਾਹ ਕਹਿੰਦੇ ਕਈ ਕਰੋੜਾਂ ਹੀ ਆ, ਨੌ ਨਾਥ ਚਿਰੰਜੀਵੀ ਹੈ। ਫਿਰ ਸਾਧ ਸੰਗਤ ਜੀ ਜਿਹੜਾ ਕਾਕ ਪਸੁੰਡ ਆ ਉਹ ਵੀ ਚਿਰੰਜੀਵੀ ਹੈ। ਲੌਮ ਸ੍ਰਿਖੀ ਬਗਦਾਦਦ ਮੁਨੀ, ਇਹ ਚਿਰੰਜੀਵੀ ਹਨ ਸਾਰੇ। ਤੇ ਫਿਰ ਮਹਾਰਾਜ ਕਹਿੰਦੇ ਇੱਕ ਨਹੀਂ ਹੈ ਇਹ ਜਿਹੜਾ ਅਸ਼ਵਧਾਮਾ ਸੀਗਾ ਉਹਦਾ ਦਰੋਣਾਚਾਰੀਆ ਦਾ ਪੁੱਤਰ, ਉਹ ਵੀ ਚਿਰੰਜੀਵੀ ਹੈ। ਕਹਿੰਦੇ ਹਨੂਮਾਨ ਨੂੰ ਵੀ ਚਿਰੰਜੀਵੀ ਹੋਣ ਦਾ ਮਿਲਿਆ ਵਰ। ਇਹ ਚਿਰੰਜੀਵੀ ਵੀ ਇੱਕ ਥੋੜੋ ਹੈ, ਕਈ ਕਰੋੜਾਂ ਹੀ ਹਨ ਮਹਾਰਾਜ ਕਹਿੰਦੇ ਜਿਹੜੇ ਚਿਰੰਜੀਵੀ ਹੈ। ਕਈ ਵਾਰ ਸੰਸਾਰ ਬਣਦਾ ਹੈ, ਖਤਮ ਹੁੰਦਾ ਹੈ, ਪਰ ਇਹ ਰਹਿੰਦੇ ਆ। ਇਹ ਉਹੋ ਜਿਹਾ ਹੀ ਜਿਵੇਂ ਕਾਕ ਪਸੁੰਡ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜਦੋਂ ਉਮਰ ਦੱਸੀ, ਉਹਨ ਭਾਈ ਮਰਦਾਨਾ ਜੀ ਹੈਰਾਨ ਹੋ ਗਏ। ਕਹਿੰਦਾ ਮਹਾਰਾਜ 4 ਵਾਰੀ ਸ੍ਰਿਸ਼ਟੀ ਰਚੀ ਗਈ ਜਦੋਂ ਦਾ ਮੈਂ ਬੈਠਾ ਇੱਥੇ। ਤੇ ਫਿਰ ਭਾਈ ਮਰਦਾਨਾ ਜੀ ਪੁੱਛਦੇ ਕਿ ਜਦੋਂ ਪਾਣੀ ਦੀ ਪਰਲੋਂ ਹੋਈ ਉਦੋਂ
फिर किवें बचे? कहंदा मैं जदों पानी दी परलों आउंदी पानी रूप बन जाना सा, जदों अग दी परलों आउंदी उदों अग रूप धारण कर जाना सा, फिर अग नूं अग ने की साड़ना है। इस तरह चिरंजीवी हुंदे आ। सच्चे पातशाह जी कहंदे ने कई करोड़ां ही अनगिणत ही हन ਜਿਹੜੇ चिरंजीवी हन, सदा रहिंदे हन। कई कोट गिरी मेर स्वर्ण थीवे, कई करोड़ा ही महाराज कहंदे गिर पहाड़ वाहिगुरू ने बनाए है, ते मेर ਜਿਹੜੇ ਹਨ ਸ਼੍ਰੋਮਣੀ ਪਰਬਤ ਸਮੇਰ ਜਿਹੜਾ ਸੋਇਨੇ ਦਾ ਸਾਧ ਸੰਗਤ ਜੀ ਪਰਬਤ ਮੰਨਿਆ ਜਾਂਦਾ ਹੈ। ਇਹ ਵੀ ਮਹਾਰਾਜ ਕਹਿੰਦੇ ਇੱਕ ਨਹੀਂ ਕਈ ਕਰੋੜਾਂ ਹੀ ਸਮੇਰ ਪਰਬਤ ਹਨ ਤੇ ਕਈ ਕਰੋੜਾਂ ਹੀ ਮਹਾਰਾਜ ਕਹਿੰਦੇ ਪਹਾੜ ਹਨ। ਇਸੇ ਪ੍ਰਕਾਰ ਹੀ ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕਰੋੜਾਂ ਹੀ ਗਿਰੀ ਨਦੀਆਂ ਹਨ ਤੇ ਸਵਰਨ ਦੇ ਸਾਧ ਸੰਗਤ ਜੀ ਸੋਇਨੇ ਦੇ ਪਰਬਤ ਹਨ। ਇੱਕ ਪਰਬਤ ਥੋੜਾ ਹੈ, ਇਹ ਕਈਆਂ ਪਰਬਤਾਂ ਵਿੱਚੋਂ ਸਾਧ ਸੰਗਤ ਜੀ ਸੋਨਾ ਲੱਭ ਪੈਂਦਾ ਹੈ। ਕਈਆਂ ਪਰਬਤਾਂ ਜਿਹੜਾ ਕੈਲਾਸ਼ ਪਰਬਤ ਚਾਂਦੀ ਦਾ ਪਰਬਤ ਮੰਨਿਆ ਜਾਂਦਾ ਹੈ। ਇੱਕ ਪਰਬਤ ਥੋੜਾ, ਕਈਆਂ ਪਰਬਤਾਂ ਦਾ ਵਿਸਥਾਰ ਹੀ ਕੋਈ ਨਹੀਂ। ਉਹਨਾਂ ਵਿੱਚ ਕਈਆਂ ਚੋਂ ਕੋਈ ਖਾਣ ਲੱਭਦੀ ਹੈ, ਕੁਝਾਂ ਚੋਂ ਕਿਸੇ ਚੀਜ਼ ਦੀ ਖਾਣ ਲੱਭ ਪੈਂਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਵਜ੍ਹਾ ਦੇ ਸੋਇਨੇ ਦੇ ਜਿਹੜੇ ਪਰਬਤ ਹਨ, ਸਮੇਰ ਪਰਬਤ ਵਰਗੇ ਨੂੰ ਸਵਰਨ ਪਰਬਤ ਮੰਨਿਆ ਜਾਂਦਾ ਹੈ ਸਮੇਰ ਪਰਬਤ ਨੂੰ। ਤੇ ਇਸ ਪ੍ਰਕਾਰ ਕਈ ਵਜ੍ਹਾ ਦੇ ਮਹਾਰਾਜ ਕਹਿੰਦੇ ਪਹਾੜ ਹਨ ਸੋਨੇ ਆਦਿਕ ਦੇ। ਕਈ ਕੋਟ ਜਖ ਕਿੰਨਰ ਪਿਸਾਚ, ਕਈ ਕਰੋੜਾਂ ਹੀ ਮਹਾਰਾਜ ਕਹਿੰਦੇ ਜਖਸ਼ ਹਨ। ਇਹ ਸਾਧ ਸੰਗਤ ਜੀ ਜਿਹੜੇ ਜਖ ਹਨ ਨਾ, ਇਹ ਜਿਵੇਂ ਰਿਛਾਂ ਦੇ ਉੱਤੇ ਜੱਤ ਹੁੰਦੀ ਹੈ ਐਵੇਂ ਇਹਨਾਂ ਦੇ ਉੱਤੇ ਜੱਤ ਹੁੰਦੀ ਹੈ। ਦੇਵਤਿਆਂ ਦੇ ਸੰਗੀਤਕਾਰ ਇਹਨਾਂ ਨੂੰ ਮੰਨਿਆ ਜਾਂਦਾ ਹੈ ਤੇ ਇਹ ਤੀਰ ਕਮਾਨ ਵੀ ਕਹਿੰਦੇ ਆਪਣੇ ਮੋਢਿਆਂ ਤੇ ਰੱਖਦੇ ਆ। ਇਸ ਪ੍ਰਕਾਰ ਜਦੋਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਵਾਲਸਰ ਸਾਹਿਬ ਤੋਂ ਮੁੜੇ ਸੀ, ਉੱਥੇ ਸੱਪਾਂ ਦੀ ਤੇ ਜੱਛਾਂ ਦੀ ਮਹਾਰਾਜ ਸੰਧੀ ਕਰਾਈ ਸੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਇਹ ਜਖਸ਼ ਮੰਨੇ ਜਾਂਦੇ ਆ। ਮਹਾਰਾਜ ਕਹਿੰਦੇ ਵੀ ਭਾਈ ਕਈ ਕਰੋੜਾਂ ਹੀ ਹਨ, ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਕਿੰਨਰ ਸਾਧ ਸੰਗਤ ਜੀ ਕਿੰਚਤ ਘੋੜੇ ਦਾ ਰੂਪ ਤੇ ਕਿੰਚਤ ਨਰ ਮਨੁੱਖ ਦਾ ਰੂਪ ਹੁੰਦਾ ਹੈ। ਜਿਹੜਾ ਹਿੰਦੂ ਮਤ ਹੈ ਇਸ ਦੇ ਅੰਦਰ ਜਿਹੜਾ ਉਹ ਮੂੰਹ ਘੋੜੇ ਦਾ ਮੰਨਿਆ ਜਾਂਦਾ ਹੈ ਤੇ ਥੱਲੋਂ ਜਿਹੜਾ ਸਰੀਰ ਦਾ ਆਕਾਰ ਹੈ ਉਹ ਬੰਦੇ ਦਾ ਮੰਨਿਆ ਜਾਂਦਾ, ਉਹਨੂੰ ਕਿੰਨਰ ਕਹਿੰਦੇ ਆ। ਮੁਸਲਮਾਨਾਂ ਦੇ ਤੇ ਈਸਾਈਆਂ ਦੇ ਮਤ ਵਿੱਚ ਥੱਲੋਂ ਸਰੀਰ ਜਿਹੜਾ ਉਹ ਘੋੜੇ ਦਾ ਮੰਨਿਆ ਜਾਂਦਾ, ਉੱਤੋਂ ਮੂੰਹ ਜਿਹੜਾ ਹੈ ਉਹ ਮਨੁੱਖ ਦਾ ਮੰਨਿਆ ਜਾਂਦਾ, ਉਹਨੂੰ ਕਿੰਨਰ ਕਹਿੰਦੇ ਆ। ਕਿੰਨਰ ਭਾਵ ਕਿੰਚਿਤ ਨਰ ਤੇ ਕਿੰਚਿਤ ਕਿਕਾਨ ਭਾਵ ਘੋੜਾ। ਇਸ ਤਰ੍ਹਾਂ ਇਹ ਵੀ ਦੇਵਤਿਆਂ ਦੇ ਵਜੰਤਰੀ ਮੰਨੇ ਜਾਂਦੇ ਆ, ਗਾਉਣ ਵਜਾਉਣ ਵਾਲੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਈ ਕੋਟ ਜਖ ਕਿੰਨਰ ਪਿਸਾਚ, ਤੇ ਸਾਧ ਸੰਗਤ ਜੀ ਪਿਸਾਚ ਜਿਹੜੇ ਭਾਵ ਵਿਸ਼ੇਸ਼ ਕਰਕੇ ਜਿਹੜਾ ਹੈ ਭੈੜਾ ਭੋਜਨ ਅਚਨ ਕਰਨ ਵਾਲੇ, ਤਾਮਸੀ ਭੋਜਨ ਅਚਨ ਵਾਲੇ, ਇਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਹਨ। ਪਿਸਾਚ ਇੱਕ ਸਾਧ ਸੰਗਤ ਜੀ ਭੂਤਾਂ ਦੀ ਵੀ ਜਿਹੜੀ ਜਾਤੀ ਮੰਨੀ ਜਾਂਦੀ ਹੈ, ਮਹਾਰਾਜ ਸਾਹਿਬ ਜੀ ਅੱਗੇ ਦੱਸਣਗੇ ਉਹਨਾਂ ਬਾਰੇ ਵੀ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਕਰੋੜਾਂ ਹੀ ਵਜ੍ਹਾ ਦੇ ਹਨ, ਇਹਨਾਂ ਦੀ ਗਿਣਤੀ ਨਹੀਂ ਹੁੰਦੀ ਹੈ। ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ, ਕਈ ਕਰੋੜਾਂ ਹੀ ਸਾਧ ਸੰਗਤ ਜੀ ਭੂਤ ਹਨ, ਸੂਰ ਹਨ ਤੇ ਇਸ ਪ੍ਰਕਾਰ ਮਿਰਗਾਚ ਜਿਹੜੇ ਹੈ ਮਿਰਗਾਂ ਦਾ ਮਾਸ ਅਚਣ ਵਾਲੇ ਭਾਵ ਸ਼ੇਰ ਆਦਿਕ। ਇਹ ਵੀ ਮਹਾਰਾਜ ਕਹਿੰਦੇ ਕਰੋੜਾਂ ਹੀ ਹੈ। ਸਾਧ ਸੰਗਤ ਜੀ ਜਿਹੜਾ ਧਰਮ ਤੋਂ ਹੀਣਾ ਕਰਮ ਕਰਕੇ ਮਰੇ ਉਹ ਭੂਤ ਬਣਦਾ ਹੈ, ਭਾਵ ਆਪਣੇ ਧਰਮ ਤੋਂ ਡਿੱਗ ਜਾਵੇ। ਜਿਹਨੇ ਕੋਈ ਧਰਮ ਦਾ ਕਾਰਜ ਜਿਹੜਾ ਹੈ ਨਾ ਉਹਦੇ ਵਿੱਚ ਹਾਨੀ ਪਹੁੰਚਾਈ ਹੋਵੇ, ਆਪਣੇ ਧਰਮ ਤੋਂ ਗਿਰ ਗਿਆ ਹੋਵੇ, ਉਹ ਮਰ ਕਰਕੇ ਪ੍ਰੇਤ ਬਣਦਾ ਹੈ। ਤੇ ਜਾਂ ਫਿਰ ਜਿਹਨੂੰ ਜਿਵੇਂ ਸ਼ਿਵਿਆਂ ਦੇ ਵਿੱਚ ਜਦੋਂ ਮੁਰਦੇ ਦਾ ਸੰਸਕਾਰ ਕਰਦੇ ਹੁੰਦੇ ਆ ਉਸ ਸਮੇਂ ਮੰਤਰ ਪੜ੍ਹ ਕੇ ਜਿਹਦਾ ਮਸਾਣ ਜਗਾ ਲੈਂਦੇ ਉਹਨੂੰ ਵੀ ਪ੍ਰੇਤ ਬਣਾ ਲੈਂਦੇ ਹਨ, ਇਉਂ ਵੀ ਮੰਤਰ ਪੜ੍ਹ ਕਰਕੇ। ਤੇ ਅੱਜ ਕੱਲ ਦਾ ਸਮਾਂ ਸਿੱਖਾਂ ਨੂੰ ਇਉਂ ਸਾਧ ਸੰਗਤ ਜੀ ਸੰਗਤ ਨਹੀਂ ਕਰਦੇ ਕਰਕੇ ਕਹਿੰਦੇ ਜੀ ਵੇਖੋ ਭੂਤ ਪ੍ਰੇਤ ਤਾਂ ਹੁੰਦੇ ਹੀ ਨਹੀਂ ਤੇ ਐਵੇਂ ਕਹੀ ਜਾਂਦੇ ਆ, ਬਾਣੀ ਨਹੀਂ ਨਾ ਪੜ੍ਹਦੇ। ਇਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ, ਅਦ੍ਰਿਸ਼ ਸੰਸਾਰ ਨੂੰ ਕਹਿੰਦੇ ਹੁੰਦਾ ਹੀ ਨਹੀਂ। ਤੇ ਪਰ ਸਾਧ ਸੰਗਤ ਜੀ ਵੇਖੋ ਕਹਿੰਦੇ ਆ ਦ੍ਰਿਸ਼ਟਾਂਤ ਦਿੱਤੇ ਹੋਏ ਆ ਮਹਾਰਾਜ ਜੀ ਨੇ, ਅਖੇ ਜੀ ਨਾਮ ਜਿਹੜਾ ਜਪਦਾ ਨਹੀਂ ਉਹ ਪ੍ਰੇਤ ਹੁੰਦਾ। ਠੀਕ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਹੜਾ ਨਹੀਂ ਨਾਮ ਜਪਦਾ ਉਹ ਪ੍ਰੇਤ ਹੈ, ਪਰ ਮਹਾਰਾਜ ਜੀ ਨੇ ਤਾਂ ਇਹ ਵੀ ਦ੍ਰਿਸ਼ਟਾਂਤ ਦਿੱਤਾ ਜਿਹੜਾ ਨਾਮ ਨਹੀਂ ਜਪਦਾ ਪਸ਼ੂ ਵੀ ਹੈ।
फिर की पशु नहीं हुंदे? चार पैरां वाले आपां पशु वेखदे आ। इस तरह ਜਿਹੜੀਆਂ ਹੁੰਦੀਆਂ ਚੀਜ਼ਾਂ ना ਉਹਨਾਂ ਦੇ ਪ੍ਰਮਾਣ ਦਿੱਤੇ ਆ, ਤੇ ਜਿਹੜੀਆਂ ਅਣਹੋਈਆਂ ਨੇ ਅਣਹੋਈਆਂ ਕਹਿ ਕੇ ਪ੍ਰਮਾਣ ਦਿੱਤੇ ਕਿ ਦਿਸਣ ਮਾਤਰ ਦਿਸਦੀਆਂ ਪਰ ਹੈ ਨਹੀਂ। ਇਹ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਇਸ ਕਰਕੇ ਸਾਧ ਸੰਗਤ ਜੀ ਕਦਾ ਭੁਲੇਖਾ ਨਹੀਂ ਮਨ ਵਿੱਚ ਰੱਖਣਾ ਚਾਹੀਦਾ। ਇਹ ਕਈ ਕਰੋੜਾਂ ਵਜ੍ਹਾ ਦੀ ਸਾਰੀ ਰਚਨਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਭੂਤ ਹਨ ਨਾ ਇਹ ਵੀ ਕੋਈ ਇੱਕ ਵਜ੍ਹਾ ਦੇ ਥੋੜੋ ਹੈ, ਕਈ ਕਰੋੜਾਂ ਹੀ ਮਹਾਰਾਜ ਕਹਿੰਦੇ ਭੂਤ ਬਣੇ ਹੋਏ ਆ। ਤੇ ਫਿਰ ਸਾਧ ਸੰਗਤ ਜੀ ਭੂਤ ਪ੍ਰੇਤ ਜਿਹੜਾ ਹੈ ਜੇ ਤਾਂ ਘਰ ਵਿੱਚ ਇੱਛਾ ਰਹਿ ਜਾਵੇ, ਮੰਦਰਾਂ ਵਿੱਚ ਇੱਛਾ ਰਹਿ ਜਾਵੇ, ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵਾਲ ਵਾਲ ਉਤਰੈ। ਬਾਰ-ਬਾਰ ਉਹਨੂੰ ਪ੍ਰੇਤ ਦੀ ਜੂਨ ਵਿੱਚ ਪੈਣਾ ਪੈਂਦਾ ਹੈ। ਤੇ ਵੀ ਮਹਾਰਾਜ ਕਹਿੰਦੇ ਇੱਕ ਨਹੀਂ ਕਈ ਕਰੋੜਾਂ ਹੀ ਪ੍ਰੇਤ ਹਨ। ਤੇ ਸਾਧ ਸੰਗਤ ਜੀ ਬਹੁਤ ਲੰਬੀ ਉਮਰ ਹੁੰਦੀ ਹੈ ਪ੍ਰੇਤਾਂ ਦੀ, ਤੇ ਬਹੁਤ ਜ਼ਿਆਦੀ ਇਹ ਕਸ਼ਟ ਵਾਲੀ ਜੂਨ ਮੰਨੀ ਜਾਂਦੀ ਹੈ, ਦੁਖਦਾਈ ਜੂਨ ਮੰਨੀ ਜਾਂਦੀ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ। ਤੇ ਕਰੋੜਾਂ ਹੀ ਮਹਾਰਾਜ ਕਹਿੰਦੇ ਭਾਈ ਸੂਰ ਹਨ। ਤੇ ਫਿਰ ਇਸ ਪ੍ਰਕਾਰ ਮ੍ਰਿਗਾਚ, ਮਿਰਗ ਕਹਿੰਦੇ ਹਿਰਨਾਂ ਨੂੰ ਅਚਣ ਵਾਲੇ ਕੌਣ? ਸ਼ੇਰ। ਇਹ ਵੀ ਕਰੋੜਾਂ ਹੀ ਵਜ੍ਹਾ ਦੇ ਹਨ। ਭਾਵੇਂ ਜਾਤੀਆਂ ਇੱਥੇ ਖੋਜਦੇ ਆ, ਮੰਨੀ ਬੈਠੇ ਇੰਨੀਆਂ ਜਾਤੀਆਂ ਨੇ, ਪਰ ਮਹਾਰਾਜ ਕਹਿੰਦੇ ਭਾਈ ਕਰੋੜਾਂ ਹੀ ਵਜ੍ਹਾ ਦੇ ਸੂਰ ਨੇ, ਕਰੋੜਾਂ ਹੀ ਵਜ੍ਹਾ ਦੇ ਇਸ ਪ੍ਰਕਾਰ ਇਹ ਹਿਰਨ ਨੂੰ ਖਾਣ ਵਾਲੇ ਜਿਹੜੇ ਸ਼ੇਰ ਆਦਿਕ ਹਨ। ਤੇ ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਸੂਰ ਦੀ ਨਿਆਈ, ਜਿਵੇਂ ਸੂਰ ਗੰਦਗੀ ਖਾਂਦਾ ਹੈ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਪ੍ਰੇਤਾਂ ਦੀ ਵੀ ਇੱਕ ਐਸੀ ਨਸਲ ਜਿਹੜੀ ਸਦਾ ਹੀ ਕਿਉਂਕਿ ਵਿਸ਼ਟਾ ਗੰਦਗੀ ਹੀ ਖਾਂਦੇ ਆ। ਤੇ ਫਿਰ ਮ੍ਰਿਗਾਚ ਵੀ ਜਿਹੜੀ ਹੈ ਨਾ ਇਹ ਵੀ ਪ੍ਰੇਤਾਂ ਦੀ ਇੱਕ ਨਸਲ ਮੰਨੀ ਜਾਂਦੀ ਹੈ। ਕਹਿੰਦੇ ਆ ਕਿ ਜਦੋਂ ਇਹ ਮ੍ਰਿਗਾਚ ਜਿਹੜਾ ਪ੍ਰੇਤ ਹੁੰਦਾ ਨਾ ਇਹਦੇ ਆਉਣ ਤੋਂ ਪਹਿਲਾਂ ਹੀ ਸਾਧ ਸੰਗਤ ਜੀ ਕੀ ਉੱਥੇ ਬਦਬੂ ਆਉਣ ਲੱਗ ਪੈਂਦੀ ਹੈ। ਇਹਦੇ ਆਉਣ ਤੋਂ ਪਹਿਲਾਂ ਇੰਨਾ ਗਲੀਚ ਹੁੰਦਾ ਹੈ। ਇਸ ਕਰਕੇ ਜਿਹੜੇ ਕੋਈ ਮੰਤਰਾਂ ਨੂੰ ਪੜ੍ਹ ਕੇ ਸਿਵਿਆਂ ਚੋਂ ਭੂਤ ਜਗਾਉਂਦੇ ਆ ਜਾਂ ਕਰਕੇ ਪ੍ਰੇਤਾਂ ਨੂੰ ਵਸ ਕਰਦੇ ਆ, ਉਹ ਵੀ ਸਾਧ ਸੰਗਤ ਜਿਹੜੇ ਖਵੀਸ ਬਣੇ ਹੁੰਦੇ ਆ ਨਾ ਮਰ ਕੇ ਫਿਰ ਪ੍ਰੇਤ ਹੀ ਬਣਦੇ ਆ। ਮਰ ਕਰਕੇ ਉਹਨਾਂ ਨੂੰ ਵੀ ਇਹਨਾਂ ਜੂਨਾਂ ਵਿੱਚ ਹੀ ਜਾਣਾ ਪੈਂਦਾ। ਤੇ ਮਹਾਰਾਜ ਕਹਿੰਦੇ ਵੀ ਗਿਣੇ ਨਹੀਂ ਜਾਂਦੇ ਭਾਈ ਕਈ ਕਰੋੜਾਂ ਹੀ ਹਨ ਜਿਹੜੇ ਭੂਤਾਂ ਦੀਆਂ ਜੂਨਾਂ ਨੇ, ਪ੍ਰੇਤਾਂ ਦੀਆਂ ਹਨ, ਇਸ ਪ੍ਰਕਾਰ ਸੂਰਾਂ ਦੀਆਂ ਤੇ ਮਿਰਗਾਂ ਨੂੰ ਅਚਣ ਵਾਲੇ ਜਿਹੜੇ ਸ਼ੇਰ ਕਈ ਕਰੋੜਾਂ ਹੀ ਹਨ। ਸਭ ਤੇ ਨੇੜੈ ਸਭ ਹੂ ਤੇ ਦੂਰ। ਮਹਾਰਾਜ ਕਹਿੰਦੇ ਭਾਈ ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਸਭ ਦੇ ਨੇੜੇ ਹੈ। ਤੇ ਜਿਸ ਪ੍ਰਕਾਰ ਅੰਦਰ ਅਗਿਆਨਤਾ ਹੈ ਤੇ ਫਿਰ ਪਰਮੇਸ਼ਰ ਦੂਰ ਭਾਸਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਉਹ ਸਭ ਦੇ ਅੰਦਰ ਵੀ ਹੈ ਕਿਉਂਕਿ ਸਭ ਦਾ ਆਤਮਾ ਰੂਪ ਹੈ, ਸਭ ਤੋਂ ਵੱਖਰਾ ਵੀ ਹੈ ਕਿਉਂਕਿ ਮਹਾਰਾਜ ਕਹਿੰਦੇ ਅਸੰਗ ਹੈ, ਪਾਪਾਂ ਪੁੰਨਾਂ ਤੋਂ ਨਿਰਲੇਪ ਹੈ। ਇਸ ਕਰਕੇ ਸਾਰਿਆਂ ਦੇ ਨੇੜੇ ਹੈ, ਸਾਰਿਆਂ ਦਾ ਆਪਣਾ ਆਪਾ ਰੂਪ ਹੈ ਤੇ ਸਾਰਿਆਂ ਤੋਂ ਮਹਾਰਾਜ ਕਹਿੰਦੇ ਭਾਈ ਦੂਰ ਵੈ ਕਿਉਂਕਿ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਮਹਾਰਾਜ ਕਹਿੰਦੇ ਉਹ ਹੈ ਨਿਰਲੇਪ ਪਰ ਵਸ ਤੇਰੇ ਨਾਲ ਹੀ ਰਿਹਾ। ਪ੍ਰਕਾਸ਼ ਜਿਵੇਂ ਸਾਰਿਆਂ ਥਾਵਾਂ ਤੇ ਸਮਾ ਰਿਹਾ ਹੈ, ਇਉਂ ਮਹਾਰਾਜ ਕਹਿੰਦੇ ਪ੍ਰਕਾਸ਼ ਦੀ ਤਰ੍ਹਾਂ ਜਿਵੇਂ ਪ੍ਰਕਾਸ਼ ਪਕੜਿਆ ਨਹੀਂ ਜਾ ਸਕਦਾ, ਪ੍ਰਕਾਸ਼ ਸਾਡੇ ਵਿੱਚ ਹੁੰਦਾ ਹੋਇਆ ਵੀ ਸਾਡੇ ਤੋਂ ਨਿਰਲੇਪ ਹੈ। ਇਸੇ ਤਰ੍ਹਾਂ ਹੀ ਸਭ ਤੇ ਨੇੜੈ ਸਭ ਹੂੰ ਤੇ ਦੂਰ। ਮਹਾਰਾਜ ਕਹਿੰਦੇ ਸਭ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਭਾਈ ਸਾਰਿਆਂ ਤੋਂ ਨੇੜੇ ਹੈ ਪਰਮੇਸ਼ਰ। ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼ਾਹ ਰਾਗ ਤੋਂ ਵੀ ਨੇੜੇ ਹੈ। ਉਹ ਸਭ ਜਿਹੜੇ ਮਨਮੁਖ ਵੈ ਉਹਨਾਂ ਨੂੰ ਦੂਰ ਦਿਸਦਾ। ਉਹ ਕਹਿੰਦੇ ਸਾਰਿਆਂ ਤੋਂ ਹੀ ਦੂਰ ਵੈ, ਨੇੜੇ ਨਹੀਂ ਪਰਮੇਸ਼ਰ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇਹ ਮੇਰੇ ਕਰਤਾ ਪੁਰਖ ਵਾਹਿਗੁਰੂ ਦੀ ਆਪਣੀ ਹੀ ਲੀਲਾ ਹੈ। ਨਾਨਕ ਆਪ ਅਲੇਪਤ ਰਹਿਆ ਭਰਪੂਰ। ਆਪ ਉਹ ਅਲੇਪਤ ਹੈ। ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਥਾਵਾਂ ਤੇ ਭਰਪੂਰ ਹੋ ਰਿਹਾ ਹੈ। ਕਿਸੇ ਦੇ ਦੁੱਖ ਵਿੱਚ ਉਸ ਨੂੰ ਕੋਈ ਲਿਪਾਇਮਾਨਗੀ ਨਹੀਂ, ਕੋਈ ਵਿਸ਼ਿਆਂ ਨੂੰ ਭੋਗਦਾ ਪਿਆ ਉੱਥੇ ਉਹਨੂੰ ਕੋਈ ਲਿਪਾਇਮਾਨਗੀ ਨਹੀਂ। ਵੇਖ ਲੋ ਕਿੰਨੇ ਪ੍ਰਕਾਰ ਦੀ ਇਹ ਸ੍ਰਿਸ਼ਟੀ ਦੀ ਰਚਨਾ ਦਾ ਮਹਾਰਾਜ ਜ਼ਿਕਰ ਕੀਤਾ। ਹਜੂਰ ਕਹਿੰਦੇ ਸਭ ਥਾਵਾਂ ਦੇ ਉੱਤੇ ਭਰਪੂਰ ਹੈ ਪਰ ਸਾਰਿਆਂ ਤੋਂ ਅਸੰਗ ਹੈ, ਨਿਰਲੇਪ ਹੈ। ਐਸੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਰਚਨਾ। ਤੋ ਸਾਧ ਸੰਗਤ ਜੀ 4 ਪੌੜੀਆਂ ਹੋਈਆਂ, ਸਮਾਂ ਹੋ ਗਿਆ। ਤੋ 4 ਜਿਹੜੀਆਂ ਸ਼ੇਸ਼ ਪੌੜੀਆਂ ਰਹਿੰਦੀਆਂ ਹਨ 10ਵੀਂ ਅਸ਼ਟਪਦੀ ਦੀਆਂ ਕੱਲ ਨੂੰ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਵਾਹਿਗੁਰੂ ਦੀ ਕਰਤਾ ਪੁਰਖ ਦੀ ਰਚਨਾ ਦਾ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜਿਹੜਾ ਉਹ ਦ੍ਰਿਸ਼ ਦਿਖਾ ਰਹੇ ਹੈ। ਜਦੋਂ ਜਗਿਆਸੂ
सच्चे पातशाह जी महाराज दे उपदेश दे झरोखे विच दी वेखदा ना ते मन विस्माद हो जांदा है, आश्चर्य हो जांदा है कि महाराज सच्चे पातशाह ऐसी विशालताई जिन्हों बुद्धि नहीं साध संगत जी माप सकदी, जिन्हों मन गमता करके नहीं अपने अंदर फुरना कर सकदा, वो अनंत है, वो परमेश्वर बेअंत है। सच्चे पातशाह जी कहंदे खीवा होया मन उहदे विच लीन हो जांदा है। उस दी विस्मादता नूं वेख करके ते फिर आनंदित हो जांदा है, आनंद दे विच उहदा ही रूप हो जांदा है। फिर समझण समझाउण दी गल नहीं रहिंदी, फिर तां साध संगत जी आनंद दे मानण दा जिहड़ा ना वो सुख प्राप्त हो जांदा है। ऐसा ही आनंद लभदा है, ऐसा ही सुख प्रतीत हुंदा है कि वाहिगुरू जी दे रूप विच ही वो साध संगत जी अभेद हो जांदे है। करता पुरख दी रचना नूं वेख के ही विस्माद हो जांदा है मन। इउं सच्चे पातशाह जी सिखां दे बेनती करन तो वाहिगुरू जी दी अनंत रचना बारे सतगुरु जी दसदे है ते ओ रचना दे अंदर तरह तरह दे जिहड़े करोड़ां प्रकार दे सुभावां दे जीव हन उन्हां दे महाराज जिक्र करदे है। अगे जिवें सतगुरु जी जिक्र करनगे सरवण करांगे, होईयां भुल्लां बख्श लैणीਆਂ जी। सब ते नेरै सब हूं ते दूर, नानक आप अलिप्त रहया भरपूर। वाहिगुरु जी का खालसा, वाहिगुरु जी की फतेह। हे अच्युत हे पार ब्रह्म अविनाश